ਹਾਂਜੀ, ਵੀਡੀਓ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਪਿਛਲੀ ਸਦੀ ਜਿਹੜੀ ਕਿ ਇੱਕ ਯੁੱਗ ਰਹੀ, ਇੱਕ ਸਾਇੰਸ ਦਾ ਯੁੱਗ ਰਹੀ, ਇੱਕ ਵਿਗਿਆਨ ਦਾ ਯੁੱਗ ਰਹੀ, ਯੁੱਗ ਜਿਹੜਾ ਪਲਟਿਆ, ਬੜੀ ਤਰੱਕੀ ਜਿਹੜੀ ਸਾਇੰਸ ਨੇ ਕੀਤੀ ਹੈ ਜੀ। ਸੋ ਸਾਰੀ ਸਦੀ ਹੈ ਜਿਹੜੀ ਪਿਛਲੀ ਸਾਇੰਸ ਦੇ ਨਾਂ 'ਤੇ ਲੰਘੀ ਹੈ। ਬੜੀਆਂ ਨਵੀਆਂ ਖੋਜਾਂ, ਨਵੀਂ ਤਕਨੀਕ ਸਾਰੇ ਖੇਤਰਾਂ ਦੇ ਵਿੱਚ ਬਹੁਤ ਆਈ। ਬੜੇ ਚੰਗੇ ਚੰਗੇ ਸਾਇੰਟਿਸਟ ਆਏ ਜਿਨ੍ਹਾਂ ਦਾ ਜ਼ਿਕਰ ਹੈ ਜਿਹੜਾ ਹੁਣ ਤੱਕ ਆਪਾਂ ਯਾਦ ਕਰਦੇ ਹਾਂ। ਉਹਨਾਂ 'ਚੋਂ ਇੱਕ ਸਾਇੰਟਿਸਟ ਹੋਇਆ ਜਿਹਦੇ ਨਾਂ 'ਤੇ ਮੰਨਿਆ ਜਾਂਦਾ ਵੀ ਸਭ ਤੋਂ ਜ਼ਿਆਦਾ ਖੋਜਾਂ ਜਿਹੜੀਆਂ ਬੋਲਦੀਆਂ, ਬਹੁਤ ਪੇਟੈਂਟ ਆ ਜਿਹੜੇ ਹਜੇ ਤੱਕ ਉਹਦੇ ਨਾਂ 'ਤੇ ਬੋਲਦੇ ਆ। ਪਰ ਲਾਈਫ 'ਚ ਬੜੀਆਂ ਔਕੜਾਂ ਸਹਿੰਦਾ ਹੋਇਆ, ਬੜੀ ਗਰੀਬੀ ਦੇ ਵਿੱਚ ਫਿਰ ਉਹ ਮਰਿਆ। ਮੈਂ ਜ਼ਿਕਰ ਕਰ ਰਿਹਾ ਜੀ ਨਿਕੋਲਾ ਟੈਸਲਾ ਦਾ। ਜੇ ਕਹਿ ਦਈਏ ਸਦੀ ਦਾ ਮਹਾਨਾਇਕ, ਕਿਉਂਕਿ ਸਦੀ ਸਾਇੰਸ ਦੇ ਨਾਂ 'ਤੇ ਰਹੀ ਹੈ। ਸਾਇੰਸ ਦਾ ਮਹਾਨਾਇਕ ਰਿਹਾ ਉਹ, ਸਦੀ ਦਾ ਮਹਾਨਾਇਕ ਰਿਹਾ। ਮਾਸਟਰ ਆਫ ਲਾਈਟਿੰਗ ਉਹਨੂੰ ਕਿਹਾ ਜਾਂਦਾ। ਜਿੰਨੀ ਆਲੇ ਦੁਆਲੇ ਲਾਈਟ ਆਪਾਂ ਦੇਖਦੇ ਹਾਂ ਜੀ, ਜਿਹੜੀ ਏਸੀ ਬਿਜਲੀ ਸਾਰੀ ਦੁਨੀਆ 'ਚ ਅੱਜ ਵਰਤੀ ਜਾਂਦੀ ਹੈ, ਉਸੇ ਨਿਕੋਲਾ ਟੈਸਲਾ ਦੀ ਇਹ ਖੋਜ ਸੀ। ਸੋ ਐਸੀ ਖੋਜ ਏਸੀ ਦੀ ਜਿਹੜੀ ਕੀਤੀ ਗਈ, ਜਿਹਨੇ ਸਾਰੀ ਦੁਨੀਆ ਜਿਹੜੀ ਬਦਲ ਕੇ ਇੱਕ ਤਰ੍ਹਾਂ ਰੱਖਤੀ। ਸੋ ਬੜੀਆਂ ਕਹਾਣੀਆਂ ਨਿਕੋਲਾ ਟੈਸਲਾ ਦੀਆਂ ਜਿਹੜੀਆਂ ਪਿਛਲੀ 7 ਜਨਵਰੀ ਨੂੰ, ਜਦੋਂ ਟੈਸਲਾ ਕੰਪਨੀ ਦਾ ਮਾਲਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਬਣਿਆ, ਅਨਫੋਰਚੂਨੇਟਲੀ ਉਹੀ 7 ਤਰੀਕ ਨੂੰ ਜਿਹਦੇ ਨਾਂ 'ਤੇ ਉਹ ਕੰਪਨੀ ਹੈ, ਉਹ ਬਹੁਤ ਗਰੀਬੀ ਦੀ ਹਾਲਤ ਦੇ ਵਿੱਚ ਦੁਨੀਆ ਛੱਡ ਗਿਆ ਸੀ। 7 ਜਨਵਰੀ ਨੂੰ ਨਿਕੋਲਾ ਟੈਸਲਾ ਦੀ ਜਿਹੜੀ ਮੌਤ ਹੋਈ ਸੀ। ਥੋਮਸ ਐਡੀਸਨ ਨਾਲ ਸਾਇੰਸ ਦੀ ਲੜਾਈ, ਏਸੀ ਵਰਸਸ ਡੀਸੀ ਦੀ ਲੜਾਈ, ਜਾਂ ਬਿਜ਼ਨਸ, ਜਿਹੜਾ ਥੋਮਸ ਐਡੀਸਨ ਇੱਕ ਬਿਜ਼ਨਸਮੈਨ ਵੀ ਸੀ। ਸੋ ਉਹਨਾਂ ਦੀਆਂ ਜਿਹੜੀਆਂ ਬੜੀਆਂ ਕਹਾਣੀਆਂ, ਐਡੀਸਨ ਵੀ ਇੱਕ ਮਸ਼ਹੂਰ ਵਿਗਿਆਨਕ ਰਿਹਾ। ਉਹ ਵੀ ਕਹਾਣੀਆਂ ਅਕਸਰ ਆਪਾਂ ਸੁਣਦੇ ਹਾਂ, ਬੜਾ ਜ਼ਿਕਰ ਉਹਨਾਂ ਦਾ ਆਉਂਦਾ ਹੈ। ਕਿਉਂਕਿ ਜਿਹੜੀ ਬਲਬ ਦੀ ਖੋਜ ਹੈ ਥੋਮਸ ਐਡੀਸਨ ਕੀਤੀ ਸੀ। ਜਿਹੜੀ ਡੀਸੀ ਹੈ, ਜਿਹੜੀ ਆਮ ਬੈਟਰੀਆਂ ਵਾਲੀ ਜਿਹੜੀ ਬਿਜਲੀ ਹੈ ਜਿਹੜੀ ਆਪਾਂ ਵਰਤਦੇ ਹਾਂ, ਡਾਇਰੈਕਟ ਜਿਹੜਾ ਕਰੰਟ ਜਿਹਨੂੰ ਕਹਿੰਦੇ ਹਾਂ ਡੀਸੀ, ਉਹ ਐਡੀਸਨ ਦੀ ਖੋਜ ਸੀ। ਅਤੇ ਜਿਹੜਾ ਐਲਟਰਨੇਟਿੰਗ ਕਰੰਟ ਹੈ ਜੀ, ਏਸੀ ਹੈ, ਉਹ ਥੋਮਸ ਜਿਹੜਾ ਨਿਕੋਲਾ ਟੈਸਲਾ ਨੇ ਦਿੱਤਾ ਸੀ, ਜਿਹਦੇ ਕਰਕੇ ਡੀਸੀ ਦੀ ਖੋਜ ਪਹਿਲਾਂ ਹੋ ਗਈ ਸੀ। ਸੋ ਐਡੀਸਨ ਦੀ ਉਹ ਜਿਹੜੀ ਡੀਸੀ ਨੂੰ ਚੈਲੰਜ ਕਰਿਆ ਏਸੀ ਦੇ ਨਾਲ, ਅਤੇ ਸਾਰੀ ਦੁਨੀਆ ਨੂੰ ਜਿਹੜਾ ਨਵਾਂ ਕਰੰਟ ਇਹ ਨਿਕੋਲਾ ਟੈਸਲਾ ਨੇ ਦਿੱਤਾ ਸੀ। ਸੋ ਜਿਹਦੇ ਕਰਕੇ ਬੜੀਆਂ ਜ਼ਿਕਰਾਂ ਹੋਈਆਂ। ਬੜਾ ਜਨਮ ਨਿਕੋਲਾ ਟੈਸਲਾ ਦਾ ਆਸਟਰੀਆ ਦਾ ਜੀ, 1856 ਦਾ ਜਨਮ ਹੈ, 10 ਜੁਲਾਈ ਦਾ। ਬਾਪ ਪਾਦਰੀ ਸੀ, ਪ੍ਰੀਸਟ ਸੀ, 5 ਭੈਣ ਭਰਾ ਸੀ। ਅਤੇ ਉਹਨਾਂ ਨੇ, ਟੈਸਲਾ ਨੇ ਜਿਹੜੀ ਆਪਣੀ ਬਾਇਓਗ੍ਰਾਫੀ 'ਚ ਲਿਖਿਆ ਵੀ ਉਹਨਾਂ ਦਾ ਜਿਹੜਾ IQ ਲੈਵਲ ਸੀ, ਜਿਹੜਾ IQ ਸੀ, ਉਹ ਉਹਨਾਂ ਨੇ ਲਿਖਿਆ ਵੀ ਉਹਨਾਂ ਦੀ ਮਾਂ ਕਰਕੇ ਸੀ। ਉਹ ਬੜੀ ਹੀ ਜਿਵੇਂ ਉਹਨਾਂ ਨੇ ਲਿਖਿਆ ਵੀ ਬੜੀ ਇੱਕ ਅਲੱਗ ਪਰਸਨੈਲਿਟੀ ਸੀ, ਬਹੁਤ ਇੰਟੈਲੀਜੈਂਟ ਇੱਕ ਔਰਤ ਸੀ ਉਹ, ਜਿਹਦਾ ਨਾਂ ਡਿਊਕਾ ਟੈਸਲਾ ਸੀ। ਸੋ ਇਹਦਾ ਜ਼ਿਕਰ ਉਹਨਾਂ ਨੇ ਆਪਣੀ ਜਿਹੜੀ ਬਾਇਓਗ੍ਰਾਫੀ ਦੇ ਵਿੱਚ ਕਰਿਆ। ਆਪਣੀ ਮਾਂ ਦਾ ਉਹਨਾਂ ਦੇ ਉੱਤੇ ਜਿਹੜਾ ਅਸਰ ਆ ਉਹ ਬਹੁਤ ਜ਼ਿਆਦਾ ਸੀ। ਪਿਤਾ ਪਾਦਰੀ ਸੀ, ਸੋ ਉਹ ਵੀ ਪਾਦਰੀ ਉਹ ਬਣਾਉਣਾ ਚਾਹੁੰਦੇ ਸੀ, ਪਰ ਜਿਹੜਾ ਟੈਸਲਾ ਦਾ ਸ਼ੌਕ ਸੀ ਉਹ ਬਚਪਨ ਤੋਂ ਹੀ ਸਾਇੰਸ ਦਾ ਸੀ, ਸਾਇੰਸ ਵੱਲ ਰੁਝਾਨ ਸੀ। ਇੱਕ ਭਰਾ ਦੀ ਮੌਤ ਹੋਈ, ਉਹਦਾ ਵੀ ਜ਼ਿਕਰ ਉਹ ਬਾਇਓਗ੍ਰਾਫੀ 'ਚ ਕਰਦੇ ਆ। ਘੋੜੇ ਤੋਂ ਡਿੱਗਣ ਨਾਲ ਜਿਹੜੀ ਮੌਤ ਹੋ ਗਈ ਸੀ, ਐਕਸੀਡੈਂਟ ਹੋ ਗਈ ਸੀ, ਉਹ ਟੈਸਲਾ ਦੀਆਂ ਅੱਖਾਂ ਦੇ ਸਾਹਮਣੇ ਹੋਈ ਸੀ। ਸੋ ਉਹ ਕਹਿੰਦੇ ਸਾਰੀ ਉਮਰ ਜਿਹੜਾ ਟੈਸਲਾ ਨੂੰ ਦਿਖਦਾ ਰਿਹਾ ਸੀਨ। ਸੋ ਉਸ ਭਰਾ ਦਾ ਜ਼ਿਕਰ ਵੀ ਜਿਹੜਾ ਬਾਇਓਗ੍ਰਾਫੀ 'ਚ ਉਹਨੇ ਕੀਤਾ ਕਿ ਮੇਰੇ ਨਾਲੋਂ ਵੀ ਜਿਹੜਾ ਜ਼ਿਆਦਾ IQ ਉਹਨਾਂ ਦੇ ਉਸ ਭਰਾ ਦਾ ਹੋਇਆ ਕਰਦਾ ਸੀ। ਇੱਕ ਹੋਰ ਮੈਡ ਸਾਇੰਟਿਸਟ ਕਿਹਾ ਜਾਂਦਾ ਹੈ ਟੈਸਲਾ ਨੂੰ, ਕਿਉਂਕਿ ਬਹੁਤ ਅਲੱਗ ਵਿਚਿੱਤਰ ਜਿਹੜੀਆਂ ਖੋਜਾਂ ਟੈਸਲਾ ਨੇ ਕਰੀਆਂ, ਬੜੇ ਵਿਚਿੱਤਰ ਜਿਹੜੇ ਸ਼ੌਕ, ਅਲੱਗ ਤਰ੍ਹਾਂ ਦੀ ਪਰਸਨੈਲਿਟੀ ਟੈਸਲਾ ਦੀ ਰਹੀ ਹੈ, ਕਿ ਜਿਹਦੇ ਕਰਕੇ ਆਮ ਲੋਕਾਂ 'ਚੋਂ ਬਹੁਤ ਘੱਟ ਵਿਚਰਦੇ ਸੀ। ਮੈਡ ਸਾਇੰਟਿਸਟ ਦਾ ਜਿਹੜਾ ਨਾਂ, ਕਿਉਂਕਿ ਸਾਇੰਸ ਦਾ ਸ਼ੌਕ ਹੀ ਇੰਨਾ ਸੀ, ਇੰਨੀ ਮਿਹਨਤ ਕਰੀ, 2-2 ਘੰਟੇ ਉਹ ਸ਼ਖਸ ਜਿਹੜਾ ਸੌਂਦਾ ਰਿਹਾ ਸਿਰਫ, ਤਾਂ ਕਰਕੇ ਮੈਡ ਸਾਇੰਟਿਸਟ ਉਹਨੂੰ ਕਿਹਾ ਜਾਂਦਾ। ਇੱਕ ਹੋਰ ਲਿਖਦਾ, ਜਿਵੇਂ ਆਮ ਸਾਇੰਟਿਸਟ ਕਹਿੰਦੇ ਹੁੰਦੇ ਵੀ ਸਾਨੂੰ ਵਿਜ਼ਨ ਬਹੁਤ ਦਿਖਦੇ ਆ, ਖਿਆਲ ਬਹੁਤ ਆਉਂਦੇ ਆ, ਮਤਲਬ ਸੁਪਨੇ ਬਹੁਤ ਆਉਂਦੇ ਆ। ਉਹੀ ਟੈਸਲਾ ਨੇ ਵੀ ਜਿਹੜਾ ਲਿਖਿਆ, ਕਿਉਂਕਿ ਨਵੀਂ ਖੋਜ ਕਰਨੀ ਜਿਹੜੀ ਦੁਨੀਆ ਪਹਿਲਾਂ ਨਹੀਂ ਜਾਣਦੀ, ਤਾਂ ਉਹਨਾਂ ਦਾ ਜਿਹੜਾ ਦਿਮਾਗੀ ਲੈਵਲ ਆ ਉਹ ਆਮ ਲੋਕਾਂ ਨਾਲੋਂ ਉੱਤੇ ਜਿਹੜਾ ਹੁੰਦਾ। IQ ਲੈਵਲ ਦੀ ਆਪਾਂ ਗੱਲ ਕਰ ਲਈਏ, ਸੋ ਅਲੱਗ ਦੁਨੀਆ ਨਾਲੋਂ ਅਲੱਗ ਸੁਪਨੇ, ਅਲੱਗ ਸੋਚਾਂ, ਅਲੱਗ ਪੱਧਰ ਆਪਾਂ ਕਹਿ ਦਈਏ ਕਿ ਹੁੰਦਾ ਹੈ, ਜਿਹਦੇ ਕਰਕੇ ਉਹ ਅਕਸਰ ਸਾਇੰਟਿਸਟ ਇਹ ਕਹਿੰਦੇ ਹੁੰਦੇ ਵੀ ਉਹਨਾਂ ਨੂੰ ਵਿਜ਼ਨ ਦਿਖਦੇ ਰਹੇ ਆ। ਸੋ ਟੈਸਲਾ ਨੇ ਵੀ ਕਿਹਾ
ਕਿ ਉਹਨੂੰ ਬਹੁਤ, ਜਿਵੇਂ ਉਹਨੇ ਲਿਖਿਆ, ਮੈਨੂੰ ਬਿਜਲੀ ਬਹੁਤ ਦਿਖਦੀ ਹੈ, ਬਿਜਲੀ ਲਸ਼ਕਦੀ ਬਹੁਤ ਦਿਖਦੀ ਹੈ। ਉਸ ਤੋਂ ਬਿਨਾਂ 3 ਅੱਖਰ ਨਾਲ ਬਹੁਤ ਉਹਨੂੰ ਲੱਕੀ ਨੰਬਰ ਆਪਣਾ ਇੱਕ ਤਰ੍ਹਾਂ ਨਾਲ ਜਿਹੜਾ ਫੇਵਰੇਟ ਨੰਬਰ ਆਪਾਂ ਕਹਿ ਦਈਏ ਕਿ ਟੈਸਲਾ ਦਾ ਹੁੰਦਾ ਸੀ, ਕਿਉਂਕਿ ਜਿਵੇਂ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਜਿਹੜੀ ਸਾਰੀ ਯੂਨੀਵਰਸ ਆ, ਜਿਵੇਂ ਟੈਸਲਾ ਨੇ ਕਿਹਾ ਵੀ 3 6 9 ਉਸ ਪੈਟਰਨ ਦੇ ਵਿੱਚ ਬਣੀ ਹੋਈ ਹੈ ਸਾਰੀ ਦੁਨੀਆ ਦੇ ਵਿੱਚ। ਉਹੀ ਪੈਟਰਨ ਆ ਜਿਹੜਾ ਉਹ ਵਿਚਰ ਰਿਹਾ ਹੈ। 3 ਨੰਬਰ ਨੂੰ ਉਹ ਬੜਾ ਇੰਪੋਰਟੈਂਟ ਰੱਖਦੇ ਸੀ। ਈਵਨ ਜਿਹੜੇ ਹੋਟਲ ਦੇ ਰੂਮ ਦੇ ਵਿੱਚ ਮੌਤ ਹੋਈ ਹੈ, ਉਹ ਰੂਮ ਵੀ ਟੈਸਲਾ ਦਾ ਜਿਹੜਾ ਨੰਬਰ ਸੀ ਉਹ 3327 3327 ਜਿਹੜਾ ਨੰਬਰ ਸੀ। ਸੋ 1875 ਦੇ ਵਿੱਚ ਜੇ ਆਪਾਂ ਪੜ੍ਹਾਈ ਦੀ ਗੱਲ ਕਰੀਏ ਕਿ ਆਸਟਰੀਅਨ ਪੋਲੀਟੈਕਨਿਕ ਦੇ ਵਿੱਚ, ਗਰਾਜ਼ ਆਸਟਰੀਆ ਦਾ ਸ਼ਹਿਰ ਹੈ ਜੀ, ਉੱਥੇ ਜਿਹੜਾ ਦਾਖਲਾ ਲਿਆ, ਬਹੁਤ ਬ੍ਰਿਲੀਅੰਟ ਸਟੂਡੈਂਟ ਸੀ ਜੀ ਪਹਿਲਾਂ ਤੋਂ ਹੀ। ਸੋ ਪਹਿਲੇ ਸਾਲ ਜਿਹੜੀ ਸਕਾਲਰਸ਼ਿਪ ਮਿਲੀ, ਅਤੇ ਨਾ ਕਦੇ ਵੀ ਕੋਈ ਜਿਹੜਾ ਲੈਕਚਰ ਹੈ ਦੱਸਦੇ ਆ ਵੀ ਉਹਨੇ ਮਿਸ ਨਹੀਂ ਕਰਿਆ, ਅਤੇ ਹਾਈਐਸਟ ਗ੍ਰੇਡ ਦੇ ਵਿੱਚ ਉਹ ਪਾਸ ਹੁੰਦਾ ਰਿਹਾ। ਦੂਜੇ ਸਾਲ ਜੀ ਫਿਰ ਇੱਕ ਆਪਣੇ ਇੱਕ ਤਕਨੀਕ ਸੀ ਗ੍ਰੈਮੋਡਾਇਨਮਿਕ, ਜਿਹਦੇ ਕਰਕੇ ਆਪਣੇ ਇੱਕ ਪ੍ਰੋਫੈਸਰ ਨਾਲੇ ਇੱਕ ਕਨਫਲਿਕਟ ਉਹਦਾ ਖੜਾ ਹੋਇਆ ਉੱਥੇ। ਇਹ ਵੀ ਇਹਦੇ ਵੀ ਚਰਚੇ ਜਿਹੜੇ ਹੋਏ ਆ, ਅਤੇ ਪਰ ਮਿਹਨਤੀ ਬਹੁਤ ਸੀ। ਤੀਜੇ ਸਾਲ ਪ੍ਰੋਫੈਸਰਾਂ ਵੱਲੋਂ ਉਹਦੇ ਪਿਤਾ ਜੀ ਨੂੰ ਜਿਹੜੀਆਂ ਚਿੱਠੀਆਂ ਲਿਖੀਆਂ ਗਈਆਂ ਕਿ ਨਿਕੋਲਾ ਨੂੰ ਤੁਸੀਂ ਜੇ ਨਾ ਪੜ੍ਹਨ ਤੋਂ ਹਟਾਇਆ ਤਾਂ ਜਿੰਨਾ ਓਵਰ ਵਰਕ ਇਹ ਕਰਦਾ ਹੈ ਉਹਦੇ ਨਾਲ ਇਹ ਮਰ ਵੀ ਸਕਦਾ, ਕਿਉਂਕਿ ਸੌਂਦਾ ਨਹੀਂ, ਕੰਮ ਬਹੁਤ ਕਰਦਾ। ਸੋ ਸਾਲ ਦੇ ਅੰਤ ਤੱਕ ਜੀ ਉਹਦੀ ਇੱਕ ਤਰ੍ਹਾਂ ਨਾਲ ਜਿਹੜੀ ਸਕਾਲਰਸ਼ਿਪ ਹੈ ਉਹ ਵੀ ਕਾਲਜ ਨੇ ਖੋਲ੍ਹੀ। ਸ਼ਿਕਾਇਤਾਂ ਫਿਰ ਜਿਹੜੀਆਂ ਬਹਿਸ ਵਸਾਈ ਵਾਲੀਆਂ ਬਹੁਤ ਆਈਆਂ, ਅਤੇ ਕਾਬੂ ਕਰਨਾ ਬੜਾ ਔਖਾ ਹੁੰਦਾ ਜਦ ਬੰਦਾ ਇਸ ਲੈਵਲ 'ਤੇ ਹੁੰਦਾ। ਜਦੋਂ ਇਹੋ ਜਿਹੇ ਝਟਕੇ ਲੱਗਣ, ਕਾਲਜ 'ਚੋਂ ਕੱਢਣੇ ਵਾਲੇ ਹਾਲਾਤ ਬਣ ਜਾਣ, ਫਿਰ ਇੱਕ ਤਰ੍ਹਾਂ ਨਾਲ ਟੁੱਟਿਆ ਉਹ, ਜੂਏ ਦਾ ਆਦੀ ਵੀ ਬਣਿਆ, ਸਿਗਰਟ ਪੀਣੀ ਸ਼ੁਰੂ ਕਰੀ ਉਸ ਟਾਈਮ। ਇੱਥੇ ਤੱਕ ਵੀ ਇੱਕ ਨਰਵਸ ਬ੍ਰੇਕਡਾਊਨ, ਮਤਲਬ ਇੱਕ ਸਾਈਕੋਲੋਜੀਕਲੀ ਵੀ ਉਹ ਬਿਮਾਰ ਉੱਥੇ ਹੋਇਆ ਉਹ। ਸੋ ਤੀਜੇ ਸਾਲ ਜੀ ਲਾਸਟ ਸਮੈਸਟਰ ਸੀ, ਉਹਦੇ ਗ੍ਰੇਡ ਆ ਉਹਨੂੰ ਮਿਲੇ ਨਹੀਂ, ਉਹਨੇ ਮਤਲਬ ਉਹ ਆਪਣੇ ਐਗਜ਼ਾਮ ਵੀ ਨਹੀਂ ਦੇ ਸਕਿਆ, ਤਾਂ ਕਰਕੇ ਉਹ ਗ੍ਰੈਜੂਏਟ ਵੀ ਜਿਹੜਾ ਸਾਰੀ ਉਮਰ ਹੋ ਨਹੀਂ ਸਕਿਆ। ਉੱਥੋਂ ਫਿਰ 1878 ਦੇ ਵਿੱਚ ਉਹ ਮੈਰੀਬੋਰ ਸ਼ਹਿਰ ਹੈ ਜੀ, ਉੱਥੇ ਮੂਵ ਕਰ ਗਿਆ, ਜਿੱਥੇ ਇੱਕ ਡਰਾਫਟਸਮੈਨ ਸੀ ਉਹਦੇ ਨੌਕਰੀ ਕਰੀ ਹੈ ਉਹਨੇ। ਅਤੇ ਉੱਥੇ ਵੀ ਉਹ ਲਿਖਦਾ ਵੀ ਵਿਹਲੇ ਸਮੇਂ ਮੇਰੇ ਕੋਲ ਟਾਈਮ ਨਹੀਂ ਸੀ ਮੇਰਾ ਲੰਘਿਆ ਕਰਦਾ, ਕਿਉਂਕਿ ਵਸੀਲੇ ਹੈ ਨਹੀਂ ਸੀ ਸਾਇੰਸ ਵਾਲੇ, ਅਤੇ ਟਾਈਮ ਮੇਰਾ ਪਾਸ ਨਹੀਂ ਹੁੰਦਾ। ਮੈਂ ਗਲੀਆਂ 'ਚ ਜਿਹੜੇ ਵਿਹਲੇ ਲੋਕ ਹੁੰਦੇ ਸੀ ਉਹਨਾਂ ਨਾਲ ਤਾਸ਼ ਖੇਡਦਾ ਹੀ ਮੈਂ ਦਿਹਾੜੀ ਕੱਢ ਦਿੰਦਾ ਸੀ। ਜੋਬ ਕਰਨੀ, ਉਸ ਤੋਂ ਬਾਅਦ ਮੈਂ ਗਲੀਆਂ 'ਚ ਵਿਹਲੇ ਲੋਕ ਸੀ ਉਹਨਾਂ ਕੋਲ ਬੈਠਾ ਰਿਹਾ ਕਰਨਾ। ਉਸ ਤੋਂ ਬਾਅਦ ਹੀ ਜਦੋਂ ਪਤਾ ਲੱਗਿਆ ਵੀ ਹਾਂ ਜਿਹੜੀ ਆਦਤਾਂ ਵਿਗੜ ਗਈਆਂ, ਬਾਪ ਨੇ ਵਾਪਸ ਲਿਆਉਣ ਦਾ ਯਤਨ ਕਰਿਆ ਪਰ ਉਹ ਆਇਆ ਨਹੀਂ। ਆਖਰ ਨੂੰ ਫਿਰ 1881 ਦੇ ਵਿੱਚ ਉਹ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਦੇ ਵਿੱਚ ਜਿਹੜਾ ਮੂਵ ਹੋ ਗਿਆ, ਉੱਥੇ ਇੱਕ ਟੈਲੀਗ੍ਰਾਫ ਕੰਪਨੀ 'ਚ ਕੰਮ ਕਰਿਆ। ਫਿਰ ਕਿਉਂਕਿ ਸਾਇੰਸ ਦਾ ਫਤੂਰ ਸੀ, ਇੱਕ ਸਾਇੰਸ ਦਾ ਜਨੂੰਨ ਸੀ ਉਹਨਾਂ ਦਿਨਾਂ 'ਚ। ਸਾਇੰਸ ਦਾ ਜਿਹੜਾ ਕਹਿ ਲਈਏ ਕਿ US ਇੱਕ ਸੈਂਟਰ ਬਣ ਗਿਆ ਸੀ, ਇੱਕ ਹੱਬ ਬਣ ਗਿਆ ਸੀ। 1884 ਦੇ ਵਿੱਚ ਜਿਹੜਾ US ਜਾਣ ਦਾ ਫੈਸਲਾ ਟੈਸਲਾ ਨੇ ਲਿਆ। ਜਦੋਂ ਗਿਆ ਕੋਈ ਪੈਸਾ ਕੋਲ ਨਹੀਂ ਸੀ, ਸਿਰਫ ਇੱਕ ਕੱਪੜਿਆਂ ਦਾ ਜਿਹੜਾ ਬੈਗ ਕੋਲ ਸੀ। ਅਤੇ ਉੱਥੇ ਜਿਹੜੇ ਸਾਇੰਟਿਸਟ ਦਾ ਆਪਾਂ ਪਹਿਲਾਂ ਜ਼ਿਕਰ ਕਰਿਆ, ਥੋਮਸ ਐਡੀਸਨ ਦਾ, ਜਿਹਨੇ DC ਕਰੰਟ ਬਣਾਇਆ ਜਾਂ ਜਿਹਨੇ ਬਲਬ ਬਣਾਇਆ, ਉਸ ਵੇਲੇ ਤੱਕ ਉਹ ਬਿਲਕੁਲ ਅਸਟੈਬਲਿਸ਼ ਹੋ ਚੁੱਕਿਆ ਸੀ। ਉਹਦੀ ਆਪਣੀ ਕੰਪਨੀ ਸੀ, ਇੱਕ ਬਿਜ਼ਨਸਮੈਨ ਬਣ ਗਿਆ ਸੀ, ਅਮੀਰ ਹੋ ਚੁੱਕਿਆ ਸੀ ਆਪਣੀਆਂ ਖੋਜਾਂ ਦੇ ਨਾਲ। ਫਿਰ ਉੱਥੇ ਜਾ ਕੇ ਟੈਸਲਾ ਜਿਹੜਾ ਥੋਮਸ ਐਡੀਸਨ ਨੂੰ ਮਿਲਿਆ। ਜਦੋਂ ਗੱਲਬਾਤ ਹੋਈ, ਉਸ ਵੇਲੇ ਉਹ DC ਇਲੈਕਟ੍ਰੀਸਿਟੀ 'ਤੇ ਉਹ ਕੰਮ ਕਰਦਾ ਸੀ ਜਿਹੜਾ ਐਡੀਸਨ ਸੀ, ਅਤੇ ਇਹ ਸੀ ਵੀ DC ਜਿਹੜੀ ਕਰੰਟ ਆ ਜੀ ਇਹ ਸਾਰੇ ਅਮਰੀਕਾ ਦੇ ਵਿੱਚ ਫੈਲਾਇਆ ਜਾਊਗਾ, ਲੋਕਾਂ ਨੂੰ ਜਿਹੜੀ ਬਿਜਲੀ ਉਹ DC ਕਰੰਟ ਨਾਲ ਦਿੱਤੀ ਜਾਊਗੀ। ਜਦੋਂ ਇੰਟਰਵਿਊ ਹੋਈ ਉਹਨੇ ਦੇਖਿਆ ਵੀ ਬੰਦਾ ਲੰਬੀ ਰੇਸ ਦਾ ਘੋੜਾ ਹੈ, ਇਹ ਰੱਖਣਾ ਚਾਹੀਦਾ, ਉਹਨੇ ਹਾਇਰ ਕਰ ਲਿਆ। ਟੈਸਲਾ ਨੇ ਉੱਥੇ ਨੌਕਰੀ ਕਰੀ ਹੈ। ਟੈਸਲਾ ਨੇ ਅਤੇ ਐਡੀਸਨ ਨੇ ਮਿਲ ਕੇ ਉੱਥੇ ਬਹੁਤ ਕੰਮ ਆ ਜਿਹੜਾ ਸਾਇੰਸ ਦੇ ਵਿੱਚ ਕਰਿਆ। ਜਿੰਨੀ ਦੇਰ ਵੀ ਉਹਨੇ ਕੰਮ ਕਰਿਆ ਉੱਥੇ ਕਈ ਖੋਜਾਂ ਐਡੀਸਨ ਦੀਆਂ ਹੋਆਂ, ਜਿਹੜੀਆਂ ਨਵੀਆਂ ਖੋਜਾਂ ਜਾਂ ਖੋਜਾਂ 'ਚ ਜਿਹੜੀ ਇੰਪਰੂਵਮੈਂਟ ਕਰਾਈ ਉਹ 'ਚ ਬਹੁਤ ਬੜਾ ਯੋਗਦਾਨ ਹੈ ਜਿਹੜਾ ਟੈਸਲਾ ਦਾ ਰਿਹਾ ਉਸ ਵਕਤ। ਪਰ ਨਾ ਇਹ ਜਿਹੜਾ ਉਹ ਐਡੀਸਨ ਦਾ ਵੱਜਦਾ ਰਿਹਾ, ਕਿਉਂਕਿ ਉਹਦੀ ਆਪਣੀ ਕੰਪਨੀ ਸੀ, ਆਪ ਉਹ ਸਾਇੰਟਿਸਟ ਸੀ, ਅਤੇ ਬਹੁਤ ਇੰਪਰੂਵਮੈਂਟ ਉਹ ਸੀ ਵੀ ਉਹਦੀਆਂ ਆਪਣੀਆਂ ਖੋਜਾਂ ਦੇ ਵਿੱਚ ਸੀ। ਫਿਰ ਅਸਲ ਕਹਾਣੀ ਜਿਹੜੀ ਆਪਸ 'ਚ ਲੱਗਣੇ ਦੀ ਸ਼ੁਰੂ ਹੋਈ ਵੀ ਐਡੀਸਨ ਨੇ ਇੱਕ ਜਨਰੇਟਰ ਬਣਾਇਆ ਜਿਹੜਾ ਉਹ
ਪ੍ਰੋਪਰ ਕੰਮ ਨਹੀਂ ਸੀ ਕਰਦਾ ਜਿਵੇਂ ਉਹ ਚਾਹੁੰਦਾ ਸੀ। ਅਤੇ ਫਿਰ ਜਦੋਂ ਉਹਨੇ ਬਹੁਤ ਕੋਸ਼ਿਸ਼ਾਂ ਕਰੀਆਂ, ਉਹ ਜਨਰੇਟਰ ਪ੍ਰੋਪਰ ਕੰਮ ਨਾ ਕਰਿਆ ਉਹਨੇ, ਤਾਂ ਫਿਰ ਉਹਨੇ ਐਲਾਨ ਕਰਿਆ ਵੀ ਜਿਹੜਾ ਇਹਨੂੰ ਠੀਕ ਕਰੂਗਾ, ਮਤਲਬ ਜਿਹੜਾ ਇਹਨੂੰ ਪ੍ਰੋਪਰ ਕੰਮ ਕਰਨ ਲਾਊਗਾ, ਉਹਨੂੰ ਮੈਂ $50,000 ਆ ਜਿਹੜਾ ਉਹ ਦਊਂਗਾ। ਲਓ ਜੀ, ਟੈਸਲਾ ਨੇ ਉਹਦੇ ਉੱਤੇ ਦਿਨ ਰਾਤ ਕੰਮ ਕਰਿਆ ਅਤੇ ਉਹ ਜਨਰੇਟਰ ਆ ਜਿਹੜਾ ਉਹ ਠੀਕ ਕਰਤਾ ਜੀ। ਅਤੇ ਫਿਰ ਉਹਨੇ ਐਡੀਸਨ ਨੂੰ ਕਿਹਾ ਵੀ ਤਾਂ 50,000 ਦਾ ਜਿਹੜਾ ਵਾਅਦਾ ਕਰਿਆ ਸੀ ਵੀ ਉਹ $50,000 ਮੈਨੂੰ ਦੇ। ਉਹ ਤੋਂ ਬਾਅਦ ਜੀ ਐਡੀਸਨ ਜਿਹੜਾ ਮੁੱਕਰ ਗਿਆ, ਕਹਿੰਦਾ ਉਹ ਤਾਂ ਇੱਕ ਚੁਟਕਲਾ ਸੀ, ਤੈਨੂੰ ਹਜੇ ਜਿਹੜੇ US ਦੇ ਚੁਟਕਲਿਆਂ ਦਾ ਪਤਾ ਨਹੀਂ ਹੈਗਾ, ਜਿਹੜੇ ਇੱਥੇ ਵਾਅਦੇ ਹੁੰਦੇ ਆ ਉਹਨਾਂ ਦਾ ਹਜੇ ਤੈਨੂੰ ਪਤਾ ਨਹੀਂ, ਉਹ ਤਾਂ ਇੱਕ ਚੁਟਕਲਾ ਸੀ ਜਿਹੜੇ 50,000 ਤੂੰ ਭਾਲਦਾ। ਸੋ ਉੱਥੇ ਗੁੱਸੇ 'ਚ ਆ ਕੇ ਟੈਸਲਾ ਨੇ ਜਿਹੜਾ ਅਸਤੀਫਾ ਹੈ ਉਹ ਐਡੀਸਨ ਦੀ ਕੰਪਨੀ ਤੋਂ ਦੇ ਤਾ ਜੀ। ਇੱਥੋਂ ਐਡੀਸਨ ਨਾਲ ਲੱਗਣੀ ਸ਼ੁਰੂ ਹੋਈ। ਫਿਰ ਸਾਰੀ ਉਮਰੇ ਜਿਹੜੀ ਲੜਾਈ ਉਹ ਲੜਾਈ ਲੱਗੀ ਜਿਹੜੀ ਕਦੇ ਖਤਮ ਹੀ ਨਹੀਂ ਹੋਈ ਦੋਵੇਂ ਸਾਇੰਟਿਸਟਾਂ ਦੇ ਵਿੱਚ। ਐਡੀਸਨ ਦੇ DC ਕਰੰਟ ਨੂੰ ਟੈਸਲਾ ਨੇ AC ਦੇ ਨਾਲ, ਅਲਟਰਨੇਟਿੰਗ ਕਰੰਟ ਦੇ ਨਾਲ ਜਿਹੜਾ ਚੈਲੰਜ ਕਰਿਆ। ਸੋ DC ਕਰੰਟ ਜਿਵੇਂ ਜਿਹੜੇ ਸਾਇੰਸ ਵਾਲੇ ਸੱਜਣ ਉਹ ਜਾਣਦੇ ਆ ਵੀ ਉਹ ਲੂਪ ਦੇ ਵਿੱਚ ਜਿਵੇਂ ਚੱਲਦਾ ਹੈ ਅਤੇ ਉਹਦੀ ਜਿਹੜੀ ਫ੍ਰੀਕੁਐਂਸੀ ਉਹ 0 ਹੁੰਦੀ ਹੈ। ਟੈਸਲਾ ਨੇ ਫਿਰ ਕਿਹਾ ਇੱਕ ਨਵਾਂ ਕਰੰਟ, ਜਿਹੜਾ ਨਵਾਂ ਕਨਸੈਪਟ ਉਹਨੇ ਦਿੱਤਾ ਹੈ ਕਿ ਜਿਹਨੂੰ ਸਿੱਧਾ ਡਾਇਰੈਕਸ਼ਨ ਦੇ ਵਿੱਚ ਚਲਾਇਆ ਜਾਵੇ, ਅੱਗੇ ਪਿੱਛੇ ਅਲਟਰਨੇਟ ਕਰਕੇ ਚਲਾਇਆ ਜਾਵੇ, ਜਿਹਦੇ ਨਾਲ ਇਹਨੂੰ ਜ਼ਬਰਦਸਤ ਜਿਹੜੀ ਵੋਲਟੇਜ ਮਿਲੂਗੀ ਅਤੇ AC ਆ ਜਿਹੜੀ ਉਹ ਦੂਰ ਤੱਕ ਟਰੈਵਲ ਕਰ ਸਕਦੀ ਸੀ। ਸੋ ਦੂਜੀ ਜਿਹੜੀ ਚੀਜ਼ ਸੀ, ਆਪਾਂ ਕੰਪੇਅਰ ਕਰੀਏ DC ਦੇ ਨਾਲ, ਇਹ ਸੀ ਵੀ DC ਨੂੰ ਬਹੁਤ ਦੂਰ ਤੱਕ ਜਿਹੜਾ ਲਿਜਾਇਆ ਨਹੀਂ ਸੀ ਜਾ ਸਕਦਾ ਡਾਇਰੈਕਟ ਕਰੰਟ ਨੂੰ, ਅਤੇ AC ਆ ਜਿਹੜੀ ਇਹ ਬਹੁਤ ਦੂਰ ਤੱਕ ਬਿਜਲੀ ਜਾ ਸਕਦੀ ਸੀ। ਪਰ ਉਸ ਵੇਲੇ ਕਿਉਂਕਿ ਐਡੀਸਨ ਦਾ ਨਾਂ ਸੀ, ਟੈਸਲਾ ਨੂੰ ਨਕਾਰਤਾ ਗਿਆ। ਪਰ ਐਡੀਸਨ ਦੀ ਕੰਪਨੀ ਹੈ ਜਿਹੜੀ ਉਹ ਐਸਟੈਬਲਿਸ਼ ਸੀ, ਉਹਨੂੰ ਫੰਡਿੰਗ ਮਿਲਦੀ ਸੀ, ਆਪ ਬਹੁਤ ਪੈਸਾ ਸੀ। ਅਤੇ ਟੈਸਲਾ ਜਦੋਂ ਅਲੱਗ ਹੋ ਗਿਆ ਤਾਂ ਆਪਣੀ ਇੱਕ ਕੰਪਨੀ ਚਾਹੀਦੀ ਸੀ ਜਿਹਦੇ ਵਾਸਤੇ ਨਵਾਂ ਪ੍ਰੋਜੈਕਟ ਲਾਉਣੇ ਸੀ, ਫੰਡਿੰਗ ਦੀ ਲੋੜ ਸੀ। ਪਰ ਨਵੇਂ ਸਾਇੰਟਿਸਟ ਨੂੰ ਜਾਂ ਬਿਨਾਂ ਕੰਪਨੀ ਵਾਲੇ ਨੂੰ ਕੋਈ ਪੈਸਾ ਕੰਪਨੀ ਲਾਉਂਦੀ ਨਹੀਂ ਹੈਗੀ। ਕੋਈ ਵੀ ਕੰਪਨੀ ਹੋਵੇ ਜਿਹਨੇ ਵੀ ਇਨਵੈਸਟ ਕਰਨਾ, ਅਗਲਾ ਉੱਥੇ ਹੀ ਕਰਦਾ ਜਿੱਥੋਂ ਆਸ ਹੋਵੇ। ਜਿਵੇਂ ਅੱਜ ਕੱਲ੍ਹ ਵੀ ਆਪਾਂ ਜਿਹੜੀ ਸਟੋਕ ਮਾਰਕੀਟ ਦੀ ਗੱਲ ਕਰਦੇ ਹਾਂ, ਜਿੱਥੋਂ ਆਪਾਂ ਨੂੰ ਦਿਖਦਾ ਆਪਾਂ ਉੱਥੇ ਇਨਵੈਸਟ ਕਰਦੇ ਹਾਂ ਵੀ ਕੁਛ ਬਣ ਸਕਦਾ। ਨਵੇਂ ਪਰ ਆਪਾਂ ਵਿਸ਼ਵਾਸ ਨਹੀਂ ਕਰਦੇ। ਉਹੀ ਕੰਮ ਉਸ ਵਕਤ ਹੋਇਆ, ਟੈਸਲਾ 'ਤੇ ਕਿਸੇ ਨੇ ਵਿਸ਼ਵਾਸ ਨਹੀਂ ਕਰਿਆ। ਫਿਰ ਉਹਨੇ 2 ਸਾਲ ਮਜ਼ਦੂਰੀ ਕਰੀ, ਬਹੁਤ ਟੋਏ ਪੱਟੇ ਉਹਨੇ, ਜਿਵੇਂ ਉਹ ਲਿਖਦਾ, ਪੈਸੇ ਇਕੱਠੇ ਕਰਨ ਵਾਸਤੇ। ਅਤੇ ਫਾਈਨਲੀ ਇੰਨੇ ਕੁ ਪੈਸੇ ਚਲੋ ਉਹਨੇ ਇਕੱਠੇ ਕਰੇ, ਆਪਣਾ ਗੁਜ਼ਾਰਾ ਵੀ ਕਰਿਆ। ਅਤੇ ਫਿਰ ਉਹਨੇ ਟੈਸਲਾ ਇਲੈਕਟ੍ਰਿਕ ਲਾਈਟ ਕੰਪਨੀ ਹੈ ਜਿਹੜੀ ਉਹ ਬਣਾਈ। ਕੰਪਨੀ ਬਣਨ ਤੋਂ ਬਾਅਦ ਫਿਰ ਆਸ ਆ ਜਿਹੜੀ ਥੋੜ੍ਹੀ ਬਹੁਤੀ ਇਨਵੈਸਟਰਾਂ 'ਚ ਬਣਨੀ ਸ਼ੁਰੂ ਹੋਈ। ਫਿਰ ਫੰਡਿੰਗ ਵੀ ਹੈ ਜਿਹੜੀ ਹੌਲੀ ਹੌਲੀ ਸ਼ੁਰੂ ਹੋ ਗਈ। ਜਦੋਂ ਜਾ ਕੇ ਮਿਲਿਆ, ਉਹਨੇ ਦੱਸਿਆ ਮੇਰੇ ਕੋਲ ਨਵਾਂ ਕੰਸੈਪਟ ਆ, ਨਵੀਆਂ ਚੀਜ਼ਾਂ ਮੈਂ ਲਿਆ ਸਕਦਾ। ਅਤੇ ਫਿਰ ਉੱਧਰੋਂ ਵੀ ਜਿਹੜੀ ਫੰਡਿੰਗ ਆ ਨਾਲ ਨਾਲ ਹੋ ਗਈ। ਆਖਰ ਨੂੰ 1887 ਦੇ ਵਿੱਚ ਉਹਨੇ AC ਦਾ ਜਿਹੜਾ ਉਹਦਾ ਇੱਕ ਕੰਸੈਪਟ ਸੀ, ਜਿਹੜਾ ਉਹਨੇ ਦਿੱਤਾ ਦੁਨੀਆ ਨੂੰ, ਉਹ ਫਾਈਨਲੀ ਡਿਵੈਲਪ ਹੋ ਗਈ। ਉਹਨੇ ਕਰਕੇ ਦਿਖਾਤੀ, ਉਹ ਕਰੰਟ ਆ ਜਿਹੜਾ ਉਹਨੇ ਚਲਾ ਕੇ ਦਿਖਾਤਾ। ਅਤੇ ਜਦੋਂ AC ਦਾ ਡੈਮੋ ਟੈਸਲਾ ਨੇ ਫਿਰ ਦੁਨੀਆ ਨੂੰ ਦਿਖਾਇਆ ਕਿ ਆਹ ਕਰੰਟ ਵੀ ਹੁੰਦਾ ਹੈ, ਸਿਰਫ DC ਨਹੀਂ ਹੁੰਦਾ ਜਿਹੜਾ ਐਡੀਸਨ ਦੱਸੀ ਜਾਂਦਾ। ਸੋ ਇਹ DC ਨਾਲੋਂ ਵੀ ਜਿਹੜਾ ਚੰਗਾ ਕਰੰਟ ਹੈ ਜਿਹੜਾ ਵਰਤਿਆ ਜਾ ਸਕਦਾ ਦੂਰ ਤੱਕ, ਜੇ ਸਾਰੇ ਦੇਸ਼ 'ਚ ਫੈਲਾਉਣਾ। ਜਦੋਂ ਡੈਮੋ ਦਿਖਾਇਆ, ਦੁਨੀਆ ਫਿਰ ਹੱਕੀ ਬੱਕੀ ਰਹਿ ਗਈ। ਨਵੀਂ ਕੰਪਨੀ ਸੀ, ਨਵਾਂ ਸਾਇੰਟਿਸਟ ਸੀ, ਇੰਨਾ ਨਾਂ ਨਹੀਂ ਸੀ। ਇਹਦੇ ਨਾਲ ਜਿਵੇਂ ਪਹਿਲਾਂ ਮੈਂ ਜ਼ਿਕਰ ਕਰਿਆ ਵੀ ਹਜ਼ਾਰਾਂ ਕਿਲੋਮੀਟਰਾਂ ਤੱਕ ਜਿਹੜੀ ਬਿਜਲੀ ਆ ਉਹ ਲਿਜਾਈ ਜਾ ਸਕਦੀ ਸੀ। ਸੋ ਉਸੇ ਵੇਲੇ ਟੈਸਲਾ ਨੇ ਜਿਹੜਾ, ਦੇਖੋ ਵੀ ਗੱਲਾਂ 1900 ਤੋਂ ਪਹਿਲਾਂ ਦੀਆਂ ਚੱਲ ਰਹੀਆਂ, ਅਤੇ ਉਹਨੇ ਉਸ ਵੇਲੇ ਵਾਇਰਲੈਸ ਟਰਾਂਸਮਿਸ਼ਨ ਦੀ ਗੱਲ ਕਰੀ ਸੀ, ਜਿਹੜੀ ਆਪਾਂ ਅੱਜ ਵਰਤਦੇ ਹਾਂ, ਜਿਹੜੀ ਬਹੁਤ ਦੇਰ ਬਾਅਦ ਉਦੋਂ ਵਰਤੀ ਗਈ। ਟੈਸਲਾ ਨੇ ਪਹਿਲੀ ਵਾਰ ਉਹ ਦੱਸੀ ਦੁਨੀਆ ਨੂੰ, ਜਿਹਦਾ ਯਕੀਨ ਨਹੀਂ ਸੀ ਦੁਨੀਆ ਨੇ ਕਰਿਆ, ਕਿ ਵਾਇਰਲੈਸ ਬਿਨਾਂ ਤਾਰਾਂ ਤੋਂ ਕਿਵੇਂ ਟਰਾਂਸਮਿਸ਼ਨ ਜਿਹੜੀ ਹੋ ਸਕਦੀ ਹੈ। ਸੋ ਇਹ ਉਹਨੇ ਉਦੋਂ ਗੱਲ ਕਰਤੀ ਸੀ, ਉਦੋਂ ਇਹ ਕਿਹਾ ਸੀ ਵੀ ਇਹ ਵੀ ਪੋਸੀਬਲ ਹੈ। ਅਤੇ ਸਭ ਤੋਂ ਵੱਡੀ ਅਚੀਵਮੈਂਟ ਉਹਨਾਂ ਟਾਈਮਾਂ ਦੇ ਵਿੱਚ ਟੈਸਲਾ ਦੀ ਮੰਨੀ ਜਾਂਦੀ ਹੈ, ਜਿਹੜੀ ਇੰਡਕਸ਼ਨ ਮੋਟਰ ਬਣਾਈ 1887 ਦੇ ਵਿੱਚ ਉਹ ਬਣਾਈ, ਜਿਹੜੀ ਅੱਜ ਕੱਲ੍ਹ ਹਰੇਕ ਜਗ੍ਹਾ ਆਪਾਂ ਵਰਤ ਰਹੇ। ਸੋ ਛੋਟੀ ਤੋਂ ਛੋਟੀ ਮਸ਼ੀਨਰੀ ਤੋਂ ਲੈ ਕੇ ਆਪਾਂ ਕਿਤੇ ਵੀ ਜਾਈਏ, ਆਪਾਂ ਨੂੰ ਇੰਡਕਸ਼ਨ ਮੋਟਰਾਂ ਜਿਹੜੀਆਂ ਅਕਸਰ ਦਿਖਦੀਆਂ। ਸੋ ਉਹ ਸੀ ਵੀ ਕੋਈ ਵੀ ਜਿਹੜਾ ਕੰਡਕਟਰ ਆ ਉਹਦੇ ਵਿੱਚੋਂ ਕਰੰਟ ਲੰਘਾ ਕੇ ਉਹਦੇ ਆਲੇ ਦੁਆਲੇ ਜਿਹੜੀ ਮੈਗਨੈਟਿਕ ਫੀਲਡ ਡਿਵੈਲਪ ਹੁੰਦੀ ਹੈ, ਉਹਦੇ ਨਾਲ ਫਿਰ ਜਿਹੜੀ ਮੋਟਰ ਆ ਉਹ ਘੁਮਾਈ ਜਾਂਦੀ ਸੀ, ਜਿਹੜਾ ਉਹਦਾ ਮੇਨ ਕਨਸੈਪਟ ਸੀ। ਸੋ ਹੁਣ
ਪ੍ਰੋਬਲਮ ਫੇਰ ਉਸ ਵੇਲੇ ਤੱਕ ਵੀ ਹਜੇ ਤੱਕ ਵੀ ਜਿਹੜੀ ਫੰਡਿੰਗ ਦੀ ਰਹੀ। ਉੱਧਰੋਂ ਲਗਾਤਾਰ ਖੋਜਾਂ, ਏਸੀ ਦੀ ਖੋਜ ਹੋ ਗਈ, ਵਾਇਰਲੈਸ ਟਰਾਂਸਮਿਸ਼ਨ ਦਾ ਕੰਸੈਪਟ ਦੇਤਾ, ਨਾਲੇ ਇੰਡਕਸ਼ਨ ਮੋਟਰ ਨੇ ਦੁਨੀਆ ਹਿਲਾਈ। ਅਤੇ ਉਹ ਐਡੀਸਨ ਦੀ ਜਿਹੜੀ ਪਿੱਠ 'ਤੇ ਪਿੱਠ ਆ ਟੈਸਲਾ ਲਾਉਂਦਾ ਜਾ ਰਿਹਾ ਸੀ। ਫਿਰ ਇੱਕ ਕੰਪਨੀ ਇੰਪ੍ਰੈਸ ਹੋਈ ਜਿਹਦਾ ਨਾਂ ਸੀ ਜੀ, ਜਿਹਦਾ ਮਾਲਕ ਸੀ ਜਾਰਜ ਵੈਸਟਿੰਗ ਹਾਊਸ, ਉਹਦੀ ਕੰਪਨੀ ਸੀ ਵੈਸਟਿੰਗ ਹਾਊਸ ਕਾਰਪੋਰੇਸ਼ਨ। ਉਹਨਾਂ ਨੇ ਫਿਰ ਜਿਹੜੀ ਇਨਵੈਸਟਮੈਂਟ ਕਰੀ ਹੈ। ਜਿਹੜਾ ਜਾਰਜ ਵੈਸਟਿੰਗ ਹਾਊਸ ਸੀ ਉਹ ਏਸੀ ਤੋਂ ਫਿਰ ਬਹੁਤ ਪ੍ਰਭਾਵਿਤ ਹੋਇਆ ਜਿਹੜਾ ਕਰੰਟ ਸੀ, ਅਤੇ ਟੈਸਲਾ ਦਾ ਜਿਹੜਾ ਡਿਜ਼ਾਈਨ ਆ ਉਹਨੇ $60,000 ਦਾ ਉਦੋਂ ਖਰੀਦਿਆ ਸੀ। ਅਤੇ ਨਾਲ ਉਹਨੇ ਹਰੇਕ ਮੋਟਰ 'ਚੋਂ ਜਿਹੜੀ ਇੰਡਕਸ਼ਨ ਮੋਟਰ ਵਿਕਣੀ ਸੀ, ਜਿੰਨਾ ਵੀ ਏਸੀ ਹਾਰਸ ਪਾਵਰ ਜਿਹੜੀ ਪ੍ਰੋਡਿਊਸ ਹੁੰਦੀ ਆ ਉਹਦੀ ਰਾਇਲਟੀ $2.5 ਉਸ ਵਕਤ ਦੇਣੀ ਮੰਨੀ ਸੀ। ਅਤੇ ਨਾਲ ਉਹਨੇ ਟੈਸਲਾ ਨੂੰ 1 ਸਾਲ ਵਾਸਤੇ ਇੱਕ ਅਸਿਸਟੈਂਟ ਦੇ ਤੌਰ 'ਤੇ ਜਿਹੜਾ ਹਾਇਰ ਕਰਿਆ, ਅਤੇ $2,000 ਪਰ ਮੰਥ ਉਦੋਂ ਦੇਣੇ ਮੰਨੇ। ਸੰਨ 1900 ਤੋਂ ਪਹਿਲਾਂ ਦੀਆਂ ਜਿਹੜੀਆਂ ਗੱਲਾਂ ਹੈ ਜੀ, ਅੱਜ ਦਾ ਉਹ 1 ਮਹੀਨੇ ਦਾ $54,500 ਬਣਦਾ। 1 ਮਹੀਨੇ ਦੀ ਤਨਖਾਹ ਟੈਸਲਾ ਦੀ ਉਸ ਵੇਲੇ ਸੀ। ਕੰਮ ਸਾਰਾ ਠੀਕ ਹੋਇਆ, ਪਰ ਉੱਧਰ ਮਾੜੀ ਕਿਸਮਤ ਨੂੰ ਇਹ ਹੋ ਗਿਆ, ਜਿਹੜੀ ਕੰਪਨੀ ਫੰਡਿੰਗ ਕਰਦੀ ਸੀ ਵੈਸਟਿੰਗ ਹਾਊਸ, ਉਹ ਫਾਈਨੈਂਸ਼ੀਅਲੀ ਇੱਕ ਤਰ੍ਹਾਂ ਨਾਲ ਖ਼ਤਮ ਹੋ ਗਈ। ਫਾਈਨੈਂਸ਼ੀਅਲ ਕ੍ਰਾਈਸਿਸ ਆ ਗਿਆ, ਜਿਹਦੇ ਨਾਲ ਉਹ ਕੰਪਨੀ ਜੀ ਬਿਲਕੁਲ ਬੈਂਕਰਪਸੀ ਦੇ ਕੰਢਿਆਂ ਦੇ ਉੱਤੇ ਚਲੇਗੀ। ਅਤੇ ਕੰਟਰੈਕਟ ਸੀ ਪੂਰਾ ਜਿਹੜਾ 1 ਮਹੀਨੇ ਦੇ ਪੈਸੇ ਦੇਣੇ ਵਾਲਾ, ਉਹ ਟੈਸਲਾ ਨੇ ਜਦੋਂ ਦੇਖਿਆ ਵੀ ਕੰਪਨੀ ਉਹ ਜਿਹਨੇ ਮਾੜੇ ਟਾਈਮ ਮੇਰੀ ਬਾਂਹ ਫੜੀ ਸੀ, ਹਾਲਾਂਕਿ ਉਹ ਲੈ ਸਕਦਾ ਸੀ ਕਿਸੇ ਵੀ ਹਾਲਾਤ ਦੇ ਵਿੱਚੋਂ ਕੇਸ ਕਰਕੇ ਲੀਗਲੀ, ਕਿਉਂਕਿ ਕੰਟਰੈਕਟ ਹੋਇਆ ਹੋਇਆ ਸੀ, ਉਹਨੂੰ ਤਾਂ ਉਹਦੀ ਤਨਖਾਹ ਜਿਹੜੀ ਮਿਲਣੀ ਚਾਹੀਦੀ ਸੀ, ਉਹਨੇ ਖੁਦ ਉਹ ਕੰਟਰੈਕਟ ਆ ਜਿਹੜਾ ਤੋੜਤਾ ਸੀ ਟੈਸਲਾ ਨੇ, ਕਿਉਂਕਿ ਉਹ ਕੰਪਨੀ ਜਿਹੜੀ ਮਾੜੇ ਹਾਲਾਤਾਂ ਦੇ ਵਿੱਚ ਉਦੋਂ ਪਹੁੰਚ ਗਈ ਸੀ। ਹੁਣ ਲੜਾਈ ਐਡੀਸਨ ਅਤੇ ਟੈਸਲਾ ਦੇ ਵਿੱਚ ਵਧੀ ਹੋਈ ਸੀ। ਏਸੀ ਵਰਸਸ ਡੀਸੀ ਜਿਹੜੀ ਲੜਾਈ ਹੋਈ ਸੀ, ਐਡੀਸਨ ਨੇ ਇੱਕ ਪ੍ਰੋਪੇਗੰਡਾ ਚਲਾਇਆ, ਕਿਉਂਕਿ ਪੈਸੇ ਵੀ ਹੈਗੇ ਸੀ, ਬਣੀ ਵੀ ਸੀ ਦੁਨੀਆ 'ਚ ਕਿ ਜਿਹੜਾ ਏਸੀ ਕਰੰਟ ਆ ਉਹ ਬਹੁਤ ਖਤਰਨਾਕ ਹੈ, ਉਹਦੇ ਨਾਲੋਂ ਡੀਸੀ ਕਰੰਟ ਦੇਖੋ ਵੀ ਕਿੰਨਾ ਸੇਫ ਹੈ। ਉਹਨੇ ਦੁਨੀਆ ਦੇ ਵਿੱਚ ਇਹ ਰੌਲਾ ਪਾਇਆ ਘੁੰਮ ਕੇ, ਲੋਕਾਂ ਅਤੇ ਜਾਨਵਰਾਂ ਨੂੰ ਉਹਨੇ ਏਸੀ ਕਰੰਟ ਲਾਏ, ਡੀਸੀ ਕਰੰਟ ਲਾ ਕੇ ਦਿਖਾਇਆ, ਡੀਸੀ ਕਰੰਟ ਲਾ ਕੇ ਦਿਖਾਇਆ। 1890 ਦੇ ਵਿੱਚ ਦੱਸਦੇ ਉਹਨੇ ਏਸੀ ਕਰੰਟ ਲਾ ਕੇ ਇੱਕ ਬੰਦਾ ਵੀ ਮਾਰਤਾ ਸੀ। ਲੋਕਾਂ ਨੂੰ ਸਿਰਫ ਦਿਖਾਉਂਦੇ ਨੇ ਵੀ ਇਹ ਇੰਨਾ ਖਤਰਨਾਕ ਹੈ, ਕਿਉਂਕਿ ਐਡੀਸਨ ਇੱਕ ਇਨਵੈਂਟਰ ਵੀ ਸੀ ਅਤੇ ਦੂਜਾ ਉਹ ਇੱਕ ਬਿਜ਼ਨਸਮੈਨ ਵੀ ਸੀ। ਪਰ ਟੈਸਲਾ ਜਿਹੜਾ ਉਹ ਇਕੱਲਾ ਇਨਵੈਂਟਰ ਸੀ, ਉਹ ਜਨੂੰਨੀ ਸੀ ਸਾਇੰਸ ਦਾ। ਉਹ ਦੂਜੇ ਪਾਸੇ ਬਿਜ਼ਨਸਮੈਨ ਵੀ ਨਾਲ ਸੀ, ਉਹਨੇ ਆਪਣਾ ਬਿਜ਼ਨਸ ਵੀ ਉਹ ਦੇਖ ਰਿਹਾ ਮੈਂ ਪੈਸੇ ਕਿਵੇਂ ਖੱਟਣੇ ਆ, ਦੂਜੇ ਬੰਦੇ ਦੀ ਭਾਵੇਂ ਉਹਦੇ ਕੋਲ ਚੰਗਾ ਪ੍ਰੋਡਕਟ ਆ, ਉਹਦੀ ਪਿੱਠ ਕਿਵੇਂ ਲਾਉਣੀ ਆ। ਸੋ ਉਹਨੇ ਪੂਰੀਆਂ ਕੋਸ਼ਿਸ਼ਾਂ ਉਦੋਂ ਕਰੀਆਂ, ਪ੍ਰਚਾਰ ਕਰੇ, ਕਈ ਤਰ੍ਹਾਂ ਦੇ ਪੋਸਟਰਾਂ ਜਿਹੜੇ ਉਹ ਲਾਏ ਗਏ, ਉਹ ਤੁਸੀਂ ਦੇਖ ਵੀ ਸਕਦੇ ਹੋ, ਲੋਕਾਂ ਨੂੰ ਡਰਾਉਣ ਵਾਸਤੇ ਵੀ ਏਸੀ ਬਹੁਤ ਖਤਰਨਾਕ ਕਰੰਟ ਹੈ। 1899 1890 ਦੇ ਵਿੱਚ ਜਾ ਕੇ ਟੈਸਲਾ ਨੇ ਫਿਰ ਟੈਸਲਾ ਕੁਆਇਲ ਬਣਾਈ ਇੱਕ, ਜਿਹੜੀ ਕਿ ਏਸੀ ਰਾਹੀਂ ਜਿਹੜੀ ਵਾਇਰਲੈਸ ਟਰਾਂਸਮਿਸ਼ਨ ਦਾ ਜਿਹੜਾ ਆਈਡੀਆ ਉਹਨੇ ਦਿੱਤਾ ਉਸ ਵਕਤ। ਸੋ 1893 'ਚ ਜਾ ਕੇ ਫਿਰ ਜਿਹੜੀ ਕੰਪਨੀ ਸੀ ਜੀ ਵੈਸਟਿੰਗ ਹਾਊਸ ਕਾਰਪੋਰੇਸ਼ਨ, ਜਦੋਂ ਦੁਬਾਰਾ ਥੋੜ੍ਹੀ ਪੈਰਾਂ 'ਤੇ ਖੜ੍ਹੀ ਹੋਈ, ਕਿਉਂਕਿ ਹਜੇ ਵੀ ਉਹ ਫੰਡਿੰਗ ਕਰ ਰਹੀ ਸੀ ਭਾਵੇਂ ਫਾਈਨੈਂਸ਼ੀਅਲ ਉਹਦੇ ਕ੍ਰਾਈਸਿਸ ਸੀ, ਉਹਨੇ ਸ਼ਿਕਾਗੋ ਦੇ ਵਿੱਚ 1893 ਦੇ ਵਿੱਚ ਫਿਰ ਇੱਕ ਦੁਨੀਆ ਦਾ ਕੋਲੰਬੀਅਨ ਜਿਹੜਾ ਇੱਕ ਐਕਸਪੋ ਲਾਇਆ, ਉੱਥੇ ਐਕਸਪੋਜੀਸ਼ਨ ਲਾਇਆ, ਜਿਹਦੇ ਵਿੱਚ ਉਹਨੇ ਜਿਹੜਾ ਦਿਖਾਇਆ ਫਿਰ ਉੱਥੇ ਇਹ ਵਾਇਰਲੈਸ ਟਰਾਂਸਮਿਸ਼ਨ ਵਾਲਾ, ਜਿਹਦੇ ਨਾਲ ਐਡੀਸਨ ਦੇ ਪੈਰਾਂ ਦੇ ਹੇਠੋਂ ਜਿਹੜੀ ਜ਼ਮੀਨ ਕੱਢਤੀ ਉਹਨੇ ਕਿ ਇਹ ਨਵੀਂ ਚੀਜ਼ ਕਿੱਥੋਂ ਆਈ ਹੈ। ਅਤੇ ਫਿਰ ਇੱਕ ਹੋਰ ਕੰਪਨੀ ਸੀ JP ਮੋਰਗਨ, ਜਿਹੜੀ ਅੱਜ ਤੱਕ ਬਹੁਤ ਬੜੀ ਫਾਈਨੈਂਸ਼ੀਅਲ ਕੰਪਨੀ ਹੈ ਜੀ, ਕਈ ਤਰ੍ਹਾਂ ਦੇ ਬਿਜ਼ਨਸ, ਬਹੁਤ ਵੱਡਾ ਇੱਕ ਵੱਡੀ ਫੈਮਿਲੀ ਹੈ ਜਾਂ ਕਹਿ ਦਈਏ ਆਪਾਂ ਬੜੀ ਅਮੀਰ ਦੁਨੀਆ ਦੀ। ਸੋ ਉਹ JP ਮੋਰਗਨ ਕੰਪਨੀ ਨੇ ਉਹਨਾਂ ਟਾਈਮਾਂ ਦੇ ਵਿੱਚ ਜਿਹੜਾ ਵਾਇਰਲੈਸ ਵਾਲਾ ਕੰਸੈਪਟ ਸੀ ਟੈਸਲਾ ਕੋਇਲ ਵਾਲਾ, ਉਹਦੇ ਵਾਸਤੇ ਜਿਹੜੀ ਫੰਡਿੰਗ ਦੇਣੀ ਉਹ ਸ਼ੁਰੂ ਕਰੀ। ਸੋ 1900 ਜੇ ਆਪਾਂ 1895 ਦੇ ਵਿੱਚ ਜਿਹੜਾ ਇੱਕ ਹੋਰ ਉਹਨੇ ਕਰਿਆ ਕਿ ਨਾਇਗਰਾ ਫਾਲ ਦੇ ਉੱਤੇ ਉਹਨੇ ਜਾ ਕੇ ਜਿਹੜਾ ਅਮਰੀਕਾ ਵਾਲਾ ਪਾਸਾ ਇੱਕ ਹਾਈਡਰੋ ਇਲੈਕਟ੍ਰੀਸਿਟੀ ਪਲਾਂਟ ਲਾਇਆ, ਜਿਹੜਾ ਆਪਣੇ ਭਾਖੜਾ ਡੈਮ ਵਾਲੇ ਹਿਸਾਬ ਮੰਗੋ ਜਿਵੇਂ ਪਾਣੀ ਤੋਂ ਬਿਜਲੀ ਜਿਵੇਂ ਕੱਢਣੇ ਵਾਲਾ ਕੰਮ ਸੀ। ਉੱਥੋਂ ਉਹਨੇ 2.4 ਮਿਲੀਅਨ ਕਿਲੋਵਾਟ ਜਿਹੜੀ ਬਿਜਲੀ ਪ੍ਰੋਡਿਊਸ ਕਰੀ ਟੈਸਲਾ ਨੇ, ਜਿਹੜੀ ਹੋ ਸਕਦੀ ਸੀ, ਮਤਲਬ ਉੱਥੋਂ ਜਿਹੜਾ ਲਾਇਆ ਉਹਨੇ, ਉਹਦੇ ਨਾਲ ਸਾਰੇ ਲਾਸ ਵੈਗਸ ਨੂੰ ਬਿਜਲੀ ਸਪਲਾਈ ਹੋ ਸਕਦੀ ਸੀ ਇਕੱਲੇ ਉਸ ਇੱਕ ਪਲਾਂਟ ਦੇ ਨਾਲ। ਸੋ ਉਸ ਤੋਂ ਬਾਅਦ ਜੀ ਏਸੀ ਕਰੰਟ ਆ ਜਿਹੜਾ ਜਦੋਂ US 'ਚ ਫੈਲਿਆ, ਸਾਰੀ ਦੁਨੀਆ ਦੇ ਵਿੱਚ ਇਹ ਕੰਸੈਪਟ ਆ ਜਿਹੜਾ ਅੱਜ ਕੱਲ੍ਹ ਆਪਾਂ
ਦੁਨੀਆ ਦੇ ਕੋਨੇ-ਕੋਨੇ 'ਚ ਬਿਜਲੀ ਜਿਹੜੀ ਪਹੁੰਚੀ ਆ ਉਹ AC ਕਰੰਟ 'ਤੇ ਪਹੁੰਚਿਆ, ਜਿਹੜਾ ਟੈਸਲਾ ਦੀ ਦੇਣ ਸੀ। ਸੋ ਅੱਜ ਜੇ ਆਪਾਂ ਕਹਿ ਦਈਏ ਕਿ ਜਿਹਦੇ ਉੱਤੇ ਜਿਹੜੀ ਸਾਇੰਸ ਦੇ ਉੱਤੇ ਦੁਨੀਆ ਖੜੀ ਹੈ, ਇਹ ਟੈਸਲਾ ਨੇ ਖੜਾਈ ਹੋਈ ਹੈ। ਤਾਂ ਹੀ ਮੈਂ ਸ਼ੁਰੂ 'ਚ ਕਿਹਾ ਸੀ ਉਹ ਸਦੀ ਦਾ, ਉਹ ਸਾਇੰਸ ਦਾ ਮਹਾਨਾਇਕ ਉਹਨੂੰ ਕਹਿ ਦਈਏ ਤਾਂ ਕੋਈ ਅਤਕਥਨੀ ਨਹੀਂ ਹੋਊਗੀ। 1890 'ਚ ਫਿਰ ਟੈਸਲਾ ਕੋਇਲ ਨੇ ਜਿਹੜਾ ਵਾਇਰਲੈਸ ਟੈਕਨੋਲੋਜੀ ਵਾਲਾ ਜਿਹੜਾ ਆਧਾਰ ਬਣਿਆ। ਅੱਜ ਆਪਾਂ ਕਿੰਨਾ ਵਾਇਰਲੈਸ ਟੈਕਨੋਲੋਜੀ ਵਰਤਦੇ ਹਾਂ, ਜਿਹੜੀਆਂ ਰੇਡੀਓ ਟੈਕਨੋਲੋਜੀ ਹੈ, ਰੇਡੀਓ ਵੇਵਜ਼ ਵਾਲੀ ਟੈਕਨੋਲੋਜੀ ਹੈ, ਸਾਰੀ ਇਹਦੀ ਸ਼ੁਰੂਆਤ ਆ ਜਿਹੜੀ ਉਹ ਟੈਸਲਾ ਨੇ ਟੈਸਲਾ ਕੋਇਲ ਬਣਾ ਕੇ ਦਿੱਤੀ ਹੋਈ ਹੈ। ਸੋ ਉੱਧਰੋਂ ਉਹ ਟੈਸਲਾ ਕੋਇਲ 'ਤੇ ਜਾਂ ਜਿਹੜਾ ਟਰਾਂਸਮਿਸ਼ਨ ਦੇ ਜਿਹੜੀ ਵਾਇਰਲੈਸ ਟਰਾਂਸਮਿਸ਼ਨ 'ਤੇ ਕੰਮ ਕਰਦਾ ਹੈ। ਪਰ 1921 ਦੇ ਵਿੱਚ ਫਿਰ ਅਚਾਨਕ ਜਿਹੜਾ ਐਲਾਨ ਹੁੰਦਾ, ਜਿਹੜਾ ਸੁਪਨਾ ਸੀ ਟੈਸਲਾ ਦਾ, ਕਿ ਇੱਕ ਹੋਰ ਸਾਇੰਟਿਸਟ ਮਾਰਕੋਨੀ ਨੇ ਉਸ ਵਕਤ ਰੇਡੀਓ ਬਣਾਤਾ। ਸੋ ਰੇਡੀਓ ਇਹੀ ਸੀ, ਰੇਡੀਓ ਵੇਵ ਦੇ ਉੱਤੇ, ਰੇਡੀਓ ਟੈਕਨੋਲੋਜੀ ਉੱਤੇ ਚੱਲਦਾ। ਸੋ ਟੈਸਲਾ ਦੇ ਸੁਪਨੇ ਦੀ ਜਿਹੜਾ ਉਹਦਾ ਸੁਪਨਾ ਉਹਨੇ ਵਾਇਰਲੈਸ ਟਰਾਂਸਮਿਸ਼ਨ ਨਾਲ ਰੱਖਿਆ ਸੀ, ਉਹ ਜਦ ਮਾਰਕੋਨੀ ਦਾ ਐਲਾਨ ਹੋਇਆ ਉਹ ਇੱਕ ਤਰ੍ਹਾਂ ਨਾਲ ਟੁੱਟ ਗਿਆ। ਬਹੁਤ ਨਿਰਾਸ਼ ਉਸ ਵਕਤ ਹੋਇਆ। ਪਰ ਹੈਰਾਨੀ ਇਹ ਰਹੀ ਕਿ ਮਾਰਕੋਨੀ ਨੇ ਜਿਹੜਾ ਰੇਡੀਓ ਬਣਾਇਆ ਉਹਦੇ ਵਿੱਚ ਉਹਨੇ 17 ਡਿਜ਼ਾਈਨ ਵਰਤੇ। ਉਹ 17 ਦੇ 17 ਟੈਸਲਾ ਦੇ ਸੀ। ਹੁਣ ਟੈਸਲਾ ਦੇ ਡਿਜ਼ਾਈਨ ਉਹਦੇ ਤੱਕ ਕਿਵੇਂ ਪਹੁੰਚੇ, ਉਹਨੇ ਕਿਵੇਂ ਵਰਤੇ, ਇਹ ਸਾਰਾ ਕੁਛ ਲਾ ਲਓ ਕਿ ਕਲੀਅਰ ਨਹੀਂ ਹੋਇਆ ਜੀ ਵੀ ਉਹਨੂੰ ਕਿਵੇਂ ਪਤਾ ਲੱਗਿਆ ਜਾਂ ਉਹਦੇ ਕੋਲ ਕਿਵੇਂ ਪਹੁੰਚੇ। ਟੈਸਲਾ ਦੀਆਂ ਖੋਜਾਂ ਸੀ। ਚਲੋ ਜੀ, ਮਾਰਕੋਨੀ ਦੇ ਰੇਡੀਓ ਨੇ ਸਾਰੀ ਦੁਨੀਆ ਦਾ ਧਿਆਨ ਜਿਹੜਾ ਖਿੱਚ ਲਿਆ ਅਤੇ ਲੰਬੇ ਟਾਈਮ ਤੋਂ ਖੋਜ ਕਰਦੇ ਟੈਸਲਾ ਦਾ ਜਿਹੜਾ ਸੁਪਨਾ ਹੈ ਜੀ ਉੱਥੇ ਟੁੱਟ ਗਿਆ। ਹੁਣ JP ਮੋਰਗਨ, ਕਿਉਂਕਿ ਕੰਪਨੀ ਨੇ ਤਾਂ ਆਪਣਾ ਫਾਇਦਾ ਦੇਖਣਾ, ਕਿਉਂਕਿ ਉਹ ਜਿਹੜੇ ਕੰਸੈਪਟ ਵਾਸਤੇ, ਜਿਹੜੇ ਪ੍ਰੋਡਕਟ ਵਾਸਤੇ ਉਹ ਫੰਡਿੰਗ ਕਰ ਰਹੇ ਸੀ ਉਹ ਕਿਸੇ ਹੋਰ ਨੇ ਬਣਾਤਾ। ਤਾਂ ਕਰਕੇ ਜੀ ਉਹਨਾਂ ਨੇ ਰੇਡੀਓ ਦੀ ਖੋਜ ਹੋਣ ਤੋਂ ਬਾਅਦ ਮੋਰਗਨ ਵਾਲਿਆਂ ਨੇ ਜੀ ਆਪਣੀ ਫੰਡਿੰਗ ਆ ਜਿਹੜੀ ਉਹ ਬੰਦ ਕਰਤੀ ਟੈਸਲਾ ਨੂੰ, ਕਿ ਸਾਨੂੰ ਭਾਈ ਹੁਣ ਤੇਰੀ ਕੋਇਲ ਦਾ ਜਾਂ ਤੇਰੇ ਵਾਇਰਲੈਸ ਟਰਾਂਸਮਿਸ਼ਨ ਦਾ ਕੋਈ ਫਾਇਦਾ ਨਹੀਂ। ਟੈਸਲਾ ਨੇ ਤਾਂ ਇੱਥੇ ਤੱਕ ਉਦੋਂ ਕਹਿਤਾ ਸੀ ਵੀ ਜਿਹੜੀ ਹਿਊਮਨ ਬਾਡੀ ਹੈ ਉਹਨੂੰ ਵੀ ਐਜ਼ ਆ ਕੰਡਕਟਰ ਜਿਹੜਾ ਵਰਤਿਆ ਜਾ ਸਕਦਾ। ਵਾਇਰਲੈਸ ਟਰਾਂਸਮਿਸ਼ਨ ਨਾਲ ਤੁਸੀਂ ਉਹਨੂੰ ਯੂਜ਼ ਕਰ ਸਕਦੇ ਆ। ਸੋ ਉਹਦੇ ਬੜੇ ਸੁਪਨੇ ਸੀ, ਬੜੀਆਂ ਖੋਜਾਂ ਸੀ ਜਿਹੜੀਆਂ ਉਹਦੀਆਂ ਰਹਿ ਗਈਆਂ ਉਸ ਵਕਤ। 1895 'ਚ ਇੱਕ ਵਾਰ ਉਹਦੀ ਸਾਰੀ ਲੈਬ ਜਲ ਗਈ। ਲੈਬ ਕਿਵੇਂ ਜਲੀ ਉਹ ਫੇਰ ਇੱਕ ਸਵਾਲੀਆ ਨਿਸ਼ਾਨ ਸੀ। ਉਹਦੇ ਵਿੱਚ ਬਹੁਤ ਖੋਜਾਂ, ਉਹਦੀਆਂ ਬਹੁਤ ਚੀਜ਼ਾਂ ਜਿਹੜੀਆਂ ਜਲ ਕੇ ਸੁਆਹ ਹੋ ਗਈਆਂ। ਸੋ 1901 'ਚ ਜਦੋਂ ਰੇਡੀਓ ਬਣਦਾ ਤਾਂ JP ਮੋਰਗਨ ਵਾਲੇ ਫੰਡਿੰਗ ਤੋਂ ਜਵਾਬ ਦੇ ਗਏ। ਤਾਂ ਉਸ ਤੋਂ ਬਾਅਦ ਟੈਸਲਾ ਦੇ ਜਿਹੜੇ ਹਾਲਾਤ ਆ ਜੀ ਉਹ ਬੜੇ ਮਾੜੇ ਹੋ ਗਏ। ਫਾਈਨੈਂਸ਼ੀਅਲੀ ਬਹੁਤ ਵੀਕ ਹੋ ਗਿਆ ਅਤੇ ਉਹ ਭੀਖ ਮੰਗਦਾ ਹੁੰਦਾ ਸੀ, ਲੋਕਾਂ ਦੀਆਂ ਮਿੰਨਤਾਂ ਕਰਦਾ ਸੀ, ਲੋਕਾਂ ਦੇ ਬੜੀਆਂ ਬੜੀਆਂ ਕੰਪਨੀਆਂ ਦੀਆਂ ਮਿੰਨਤਾਂ ਕਰਦਾ ਹੁੰਦਾ ਸੀ, ਮੈਨੂੰ ਫੰਡਿੰਗ ਕਰੋ, ਮੈਂ ਤੁਹਾਨੂੰ ਬਹੁਤ ਬੜੇ ਬੜੇ ਪ੍ਰੋਡਕਟ, ਬਹੁਤ ਬੜੀਆਂ ਬੜੀਆਂ ਖੋਜਾਂ ਜਿਹੜੀਆਂ ਉਹ ਦੇ ਸਕਦਾ, ਮੈਨੂੰ ਪੈਸਿਆਂ ਦੀ ਲੋੜ ਹੈ। ਹੁਣ ਉਹਦੇ ਨਾਲ ਕੰਮ ਕਰਨ ਵਾਲੇ ਬਹੁਤ ਉਹਦੇ ਅਸਿਸਟੈਂਟ ਰਹੇ। ਉਹ ਦੱਸਦੇ ਆ ਕਿ ਟੈਸਲਾ ਬਹੁਤ ਇੱਕ ਜੈਂਟਲ ਇਨਸਾਨ ਸੀ ਅਤੇ ਪਬਲਿਕ ਮੀਟਿੰਗਸ ਤੋਂ ਉਹ ਅਕਸਰ ਭੱਜਦਾ ਸੀ। ਬਹੁਤਾ ਭੀੜ ਦੇ ਵਿੱਚ ਬਹੁਤੇ ਲੋਕਾਂ 'ਚ ਖੜ੍ਹ ਕੇ ਉਹ ਗੱਲ ਨਹੀਂ ਸੀ ਕਰ ਸਕਦਾ। ਇਕੱਲਾ ਰਹਿਣਾ ਬਹੁਤਾ ਜਾਂ ਆਪਣੇ ਕੰਮ 'ਚ ਵਿਅਸਤ ਰਹਿਣਾ ਹੀ ਉਹਨੇ ਲਾਈਫ ਜਿਹੜੀ ਕੱਢੀ ਹੈ। ਔਰਤਾਂ ਤੋਂ ਦੱਸਦਿਆਂ ਬੜਾ ਦੂਰ ਰਹਿੰਦਾ ਹੁੰਦਾ ਸੀ, ਕਿਉਂਕਿ ਉਹ ਇੱਕ ਗੱਲ ਸੋਚਦਾ ਹੁੰਦਾ ਸੀ ਵੀ ਇਹ ਔਰਤਾਂ ਜਿਹੜੀਆਂ ਇਹ ਬਹੁਤ ਇੰਟਲੈਕਚੁਅਲ ਹੁੰਦੀਆਂ, ਸਮਾਰਟ ਹੁੰਦੀਆਂ। ਉਹ ਕਹਿੰਦਾ ਹੁੰਦਾ ਸੀ ਵੀ ਇਹ ਇੰਨੀਆਂ ਕੁ ਸਮਾਰਟ, ਮੈਂ ਇਹਨਾਂ ਕੋਲ ਖੜ੍ਹ ਕੇ ਮੈਨੂੰ ਇਹ ਲੱਗੀ ਜਾਂਦਾ ਵੀ ਮੈਂ ਉਹਨਾਂ ਨਾਲੋਂ ਨੀਵਾਂ, ਮੇਰੇ 'ਤੇ ਗੱਲ ਨਹੀਂ ਹੁੰਦੀ। ਸੋ ਔਰਤਾਂ ਤੋਂ ਬੜਾ ਦੂਰ ਭੱਜਦਾ ਰਿਹਾ। 1902 ਦੇ ਵਿੱਚ ਫਿਰ ਉਹਨੇ ਆਪਣੀ ਜਿਹੜੀ ਲਾਈਫ ਆ ਜੀ ਉਹ ਮਾਡਰਨ ਲਾਈਫ ਦੇ ਵਿੱਚ ਮੂਵ ਕਰੀ। ਸੋ ਉਦੋਂ ਫਿਰ ਵਾਲ ਸਟਰੀਟ ਜਿਹੜੀ ਅੱਜ ਕੱਲ੍ਹ ਵੀ ਇਨਵੈਸਟਰ ਉੱਥੇ ਜਿਹੜੇ ਮਸ਼ਹੂਰ ਹੈ ਦੁਨੀਆ ਦੀ, ਅਤੇ ਉੱਥੇ ਇਨਵੈਸਟਰ ਸੀ ਜਿਹੜੇ ਉਹ ਸਾਰਾ ਹੁਣ ਪੈਸਾ ਮਾਰਕੋਨੀ ਦੇ ਰੇਡੀਓ ਵਾਲੇ ਸਿਸਟਮ 'ਚ ਲਾ ਰਹੇ ਸੀ। ਅਤੇ ਦੂਜੇ ਪਾਸੇ ਜਿਹੜੇ ਟੈਸਲਾ ਦੇ ਕੰਸੈਪਟ ਦਿੱਤੇ ਹੋਏ ਸੀ, ਐਲਾਨ ਕਰੇ ਹੋਏ ਸੀ, ਉਹਦੇ ਉੱਤੇ ਚੁਟਕਲੇ ਬਣਨੇ ਸ਼ੁਰੂ ਹੋ ਗਏ। ਸੋ ਪ੍ਰੈਸ ਨੇ ਇੱਥੇ ਤੱਕ ਕਿਹਾ ਵੀ ਉਹਦੇ ਜਿਹੜੇ ਪ੍ਰੋਜੈਕਟ ਹੈ ਤੇ ਇੱਕ ਅਫਵਾਹਾਂ, ਇਹ ਇੱਕ ਸੁਪਨੇ ਆ, ਇਹ ਕਦੇ ਪੂਰੇ ਨਹੀਂ ਹੋ ਸਕਦੇ। 1905 ਤੱਕ ਪਹੁੰਚਦਾ ਉਹ ਫਿਰ ਬਹੁਤ ਮਾੜੀ ਇੱਕ ਫਾਈਨੈਂਸ਼ੀਅਲ ਜਿਹੜੀ ਪ੍ਰੋਬਲਮਸ ਆ ਉਹਦਾ ਸ਼ਿਕਾਰ ਹੋਇਆ, ਕਿਉਂਕਿ ਨਾਲ ਨਾਲ ਐਡੀਸਨ ਨੇ ਜਿਹੜਾ ਪੂਰਾ ਜ਼ੋਰ ਲਾਇਆ ਕਿ ਉਹਨੂੰ ਖ਼ਤਮ ਕਰਨ ਵਾਸਤੇ, ਉਹਦੀ ਹਰੇਕ ਚੀਜ਼ ਨੂੰ ਫੇਲ ਕਰਨ ਵਾਸਤੇ ਉਹ ਬਰਾਬਰ ਜਿਹੜਾ ਜ਼ੋਰ ਲਾ ਰਿਹਾ ਸੀ, ਅਤੇ ਕੋਈ ਵੱਡੀ ਕੰਪਨੀ ਜਿਹੜੀ ਉਹਦੇ ਤੱਕ ਆ ਨਹੀਂ ਸੀ ਰਹੀ। ਸੋ 5 ਦੇ ਵਿੱਚ ਉਹ ਫਾਈਨੈਂਸ਼ੀਅਲ ਪ੍ਰੋਬਲਮ ਦਾ ਬਹੁਤ ਸ਼ਿਕਾਰ ਹੋਇਆ। ਉਹਦੀ ਸਾਰੀ ਪ੍ਰੋਪਰਟੀ ਜਿਹੜੀ ਹੈਗੀ ਸੀ ਉਹ ਉਹਦੀ ਵਿਕ ਗਈ। ਸੋ ਉਹਦਾ ਜਿਹੜਾ ਟਾਵਰ ਉਹਨੇ ਬੜੇ ਸੁਪਨੇ ਨਾਲ ਬਣਾਇਆ ਸੀ, ਜਿਹ 'ਚ ਟੈਸਲਾ ਕੋਇਲ ਬਣਾਈ ਸੀ, ਉਹ ਵੀ ਆਖਰ ਨੂੰ JP ਮੋਰਗਨ ਵਾਲਿਆਂ ਨੇ ਵੇਚਤਾ। ਨਵਾਂ ਓਨਰ ਆ ਗਿਆ, ਉਹਨੇ ਉਹ ਢਾਹ ਕੇ ਸਿੱਟਤਾ ਵੀ ਮੇਰੇ ਕਿਸੇ ਕੰਮ ਦਾ ਨਹੀਂ, ਇੱਥੇ ਅਸੀਂ ਰੀਅਲ ਅਸਟੇਟ ਪ੍ਰੋਪਰਟੀ ਜਿਹੜੀ ਬਣਾਉਣੀ ਹੈ, ਕਿਉਂਕਿ ਉਹਨਾਂ ਨੂੰ ਮੁੱਲ ਨਹੀਂ ਸੀ ਪਤਾ
ਵੀ ਇਹਦੇ ਵਿੱਚ ਕਿਸੇ ਬੰਦੇ ਦੀ ਕਿੰਨੀ ਜਿਹੜੀ ਮਿਹਨਤ ਲੱਗੀ ਹੋਈ ਹੈ ਜਾਂ ਇਹਦੇ ਵਿੱਚੋਂ ਕੀ ਉਹ ਕੱਢਣਾ ਚਾਹੁੰਦਾ ਸੀ। ਸੋ ਉਹਨਾਂ ਨੇ ਲਾ ਕੇ ਸਿੱਟਤਾ। ਸੋ ਉਹਦਾ ਟੈਸਲਾ ਦੇ ਸਾਹਮਣੇ ਜਦੋਂ ਇਹ ਬੀਤਿਆ ਹੋਣਾ, ਜੇ ਆਪਾਂ ਵੀ ਸੋਚੀਏ ਉਹਦੀ ਕਿੰਨੇ ਸਾਲਾਂ ਦੀ ਮਿਹਨਤ ਹੋਣੀ ਹੈ, ਜਦੋਂ ਕਿਸੇ ਨੇ ਲਾ ਕੇ ਉਹ ਸਾਰਾ ਟਾਵਰ ਆ ਜੀ ਤੋੜ ਕੇ ਟੁਕੜੇ ਟੁਕੜੇ ਕਰਕੇ ਸਿੱਟਿਆ ਹੋਣਾ ਜੀ। ਫਿਰ ਹੋਟਲਾਂ 'ਚ ਰਹਿੰਦਾ ਰਿਹਾ, ਉਹ ਛੋਟੇ ਛੋਟੇ ਮੋਟਲਾਂ 'ਚ ਇੱਕ ਤੋਂ ਦੂਜੇ ਤੱਕ ਉਹ ਜਾਂਦਾ ਰਿਹਾ। ਉਹਦਾ ਬਿਹੇਵੀਅਰ ਇੱਕ ਤਰ੍ਹਾਂ ਨਾਲ ਬਦਲ ਗਿਆ ਅਤੇ ਫਿਰ ਵੀ ਉਹ ਘੁੰਮਦਾ ਘਮਾਉਂਦਾ ਜਿਹੜਾ ਫੰਡਾਂ ਦਾ ਜੀ ਉਹ ਜੋ ਕੋਸ਼ਿਸ਼ਾਂ ਕਰਦਾ ਰਿਹਾ, ਪਰ ਬੜੀ ਮਾੜੀ ਹਾਲਤ ਜਿਹੜੀ ਰਹੀ। ਕਈ ਆਫਿਸ ਉਹਨੇ ਆਪਣੇ ਖੋਲ੍ਹੇ, ਪਰ ਰੈਂਟ ਨਾ ਦੇਣ ਕਰਕੇ ਜੀ ਆਫਿਸ ਉਹਨੂੰ ਜਿਹੜੇ ਛੱਡਣੇ ਪਏ। ਹੋਟਲ ਇੱਕ ਤੋਂ ਦੂਜੀ ਜਗ੍ਹਾ ਜਾਂਦਾ ਰਿਹਾ। 1925 ਤੱਕ ਪਹੁੰਚਦਾ ਉਹ ਪੂਰੀ ਤਰ੍ਹਾਂ ਬੈਂਕਰਪਟ ਹੋ ਗਿਆ ਸੀ। ਉਹਦੇ ਕਈ ਜਿਹੜੇ ਪੇਟੈਂਟਸ ਚੱਲਦੇ ਸੀ, ਉਹ ਸਾਰਾ ਕੰਮ ਰੁਕ ਗਿਆ, ਕਿਉਂਕਿ ਹੁਣ ਅੱਗੇ ਫੰਡਿੰਗ ਦੀ ਲੋੜ ਸੀ। ਕਈ ਨਵੀਆਂ ਖੋਜਾਂ ਹੋ ਗਈਆਂ ਜਿਨ੍ਹਾਂ 'ਚ ਬਹੁਤ ਆਈਡੀਆ ਜਿਹੜੇ ਟੈਸਲਾ ਦੇ ਲੈ ਕੇ ਸਾਇੰਟਿਸਟਾਂ ਨੇ ਕਰੀਆਂ ਹੋਣੀਆਂ ਜਾਂ ਨਵੀਆਂ ਕੰਪਨੀਆਂ ਨੇ ਬਣਾਈਆਂ ਹੋਈਆਂ। ਸੋ ਨਵੀਆਂ ਖੋਜਾਂ ਆ ਗਈਆਂ, ਤਾਂ ਉਹਦੇ ਜਿਹੜੇ ਆਪਣੇ ਕਨਸੈਪਟ ਸੀ ਉਹ ਰਨ ਆਊਟ ਹੋ ਗਏ ਸਾਰੇ, ਕਿਉਂਕਿ ਜਦੋਂ ਜਿਵੇਂ ਰੇਡੀਓ ਵਾਲਾ ਹੀ ਲੈ ਲਈਏ, ਵੀ ਜਦ ਤੱਕ ਉਹ ਅਜੇ ਵਾਇਰਲੈਸ ਟਰਾਂਸਮਿਸ਼ਨ 'ਤੇ ਕੰਮੇ ਕਰ ਰਿਹਾ ਸੀ, ਅਗਲੇ ਨੇ ਰੇਡੀਓ ਪਹਿਲਾਂ ਬਣਾਤਾ। ਸੋ ਉਹੀ ਕੰਮ ਹੋਇਆ, ਅਤੇ ਬਹੁਤ ਖੋਜਾਂ ਜਿਹੜੀਆਂ ਉਹਦੀਆਂ ਆਈ ਅੱਧ ਵਿਚਾਲੇ ਰਹਿ ਗਈਆਂ। ਸੋ ਬੜੇ ਮਾੜੇ ਹਾਲਾਤਾਂ 'ਚ, ਬਹੁਤ ਗਰੀਬੀ ਦੇ ਹਾਲਾਤਾਂ 'ਚ ਉਸ ਵਕਤ ਉਹ ਪਹੁੰਚਿਆ ਹੋਇਆ ਸੀ। ਦੱਸਦੇ ਹਾਂ ਵੀ ਕਬੂਤਰਾਂ ਨਾਲ ਫਿਰ ਬਹੁਤ ਪਿਆਰ ਕਰਦਾ ਸੀ ਉਹ, ਕਬੂਤਰਾਂ 'ਚ ਬਹਿ ਕੇ ਗੱਲਾਂ ਕਰੀ ਜਾਇਆ ਕਰਦਾ ਸੀ। ਜਿਹੜੇ ਹਾਲਾਤ ਉਹਦੇ ਅੰਤ 'ਚ ਬਣੇ, ਨੇਚਰ ਨਾਲ ਉਹਨੂੰ ਬੜਾ ਪਿਆਰ ਸੀ। ਕਬੂਤਰ ਜ਼ਖਮੀ ਹੋਣਾ, ਉਹਨੂੰ ਚੱਕ ਕੇ ਉਹ ਹੋਟਲਾਂ 'ਚ ਲਿਆਉਂਦਾ ਸੀ, ਉਹਦਾ ਇਲਾਜ ਕਰਿਆ ਕਰਦਾ ਸੀ, ਜਿਹਦੇ ਕਰਕੇ ਹੋਟਲਾਂ ਵਾਲੇ ਉਹ ਤੋਂ ਬਹੁਤ ਉਹਦੀ ਸ਼ਿਕਾਇਤ ਰਹਿੰਦੀ ਸੀ ਵੀ ਇਹ ਮੁਸ਼ਕ ਆਉਂਦਾ, ਕਬੂਤਰ ਕਿਉਂ ਲੈ ਕੇ ਆਉਂਦਾ। ਉਹਦੇ ਕਰਕੇ ਵੀ ਉਹਨੂੰ ਕਈ ਹੋਟਲਾਂ ਜਿਹੜੇ ਛੱਡਣੇ ਪਏ। ਆਖਰ ਨੂੰ ਜੀ 1934 'ਚ ਆ ਕੇ ਉਹ ਲਾਸਟ ਦੇ ਵਿੱਚ ਫਿਰ ਜਿੱਥੇ ਉਹਦੀ ਮੌਤ ਇਹ ਹੋਈ ਹੈ, ਉੱਥੇ ਉਹ ਹੋਟਲ ਦੇ ਵਿੱਚ ਮੂਵ ਹੋਇਆ, ਜਿਹਨੂੰ ਹੋਟਲ ਨਿਊਯਾਰਕਰ ਕਿਹਾ ਜਾਂਦਾ ਸੀ। ਅਤੇ ਜਿਹੜੀ ਵੈਸਟਿੰਗ ਹਾਊਸ ਇਲੈਕਟ੍ਰਿਕ ਐਂਡ ਮੈਨੂਫੈਕਚਰਿੰਗ ਕੰਪਨੀ ਸੀ, ਜਿਹੜੀ ਪਹਿਲਾਂ ਬੈਂਕਰਪਟ ਹੋ ਗਈ ਸੀ, ਜਿਨ੍ਹਾਂ ਨੂੰ ਜਿਹੜੀ ਇੰਡਕਸ਼ਨ ਮੋਟਰ ਵਾਲਾ ਦਿੱਤਾ ਸੀ ਉਸ ਵਕਤ ਕਨਸੈਪਟ, ਵੇਚਿਆ ਸੀ ਆਪਣਾ ਡਿਜ਼ਾਈਨ, ਉਹਨਾਂ ਨੇ ਫਿਰ ਦੁਬਾਰਾ ਹੱਥ ਆ ਜਿਹੜਾ ਟੈਸਲਾ ਦਾ ਫੜਿਆ। ਬਹੁਤ ਬੁਢਾਪੇ ਦੇ ਵਿੱਚ ਉਸ ਵਕਤ ਹੋ ਗਿਆ ਸੀ, ਕਿਉਂਕਿ ਉਹ ਅਹਿਸਾਨ ਮੰਨਦੇ ਸੀ ਵੀ ਜਿਹੜੇ ਵਕਤ ਸਾਡੇ ਮਾੜੇ ਹਾਲਾਤ ਸੀ, ਜਿਹੜੇ ਕੰਟਰੈਕਟਾਂ ਦੇ ਵਿੱਚ ਉਹ ਸਾਤੋਂ ਪੈਸੇ ਹੋਰ ਲੈ ਸਕਦਾ ਸੀ, ਉਹ ਖੁਦ ਤੋੜਿਆ ਆਇਆ ਸੀ। ਸੋ ਫਿਰ ਕੰਪਨੀ ਨੇ ਆ ਕੇ ਆਪਣੇ ਪੁਰਾਣੇ ਸਾਇੰਟਿਸਟ ਦਾ ਜਿਹੜਾ ਹੱਥ ਉੱਥੇ ਹੋਟਲ 'ਚ ਫੜਿਆ, ਅਤੇ ਉੱਥੇ ਜੀ ਫਿਰ ਇਹ ਕੰਪਨੀ ਹੈ ਜਿਹੜੀ ਉਹਨੂੰ $125 ਉਹਨਾਂ ਟਾਈਮਾਂ 'ਚ ਪਰ ਮੰਥ ਦੇ ਦਿੰਦੀ ਸੀ, ਅਤੇ ਨਾਲ ਇਹਦਾ ਰੈਂਟ ਵੀ ਹੈ ਜਿਹੜਾ ਕੰਪਨੀ ਆਪ ਪੇ ਕਰਿਆ ਕਰਦੀ ਸੀ। ਫਿਰ ਸਾਰੀ ਉਮਰ ਜਦ ਤੱਕ ਡੈਥ ਜੀ ਨਿਕੋਲਾ ਟੈਸਲਾ ਦੀ ਹੋਈ ਨਹੀਂ, ਉਦੋਂ ਤੱਕ ਸਾਰੇ ਖਰਚੇ ਆ ਜਿਹੜੇ ਇਸੇ ਕੰਪਨੀ ਨੇ ਜਿਹੜੇ ਚੱਕੇ ਆ ਜੀ। ਆਖਰ ਨੂੰ 7 ਜਨਵਰੀ 1943 ਨੂੰ 86 ਸਾਲ ਦੀ ਉਮਰ ਦੇ ਵਿੱਚ ਇਹ ਸਾਇੰਟਿਸਟ ਆ ਜੀ, ਉਹ ਨਿਊਯਾਰਕਰ ਹੋਟਲ ਦੇ ਵਿੱਚ ਦੁਨੀਆ ਤੋਂ ਕੂਚ ਕਰ ਗਿਆ। ਸੋ ਬੜੀ, ਜੇ ਕਿਤੇ ਪ੍ਰੋਪਰ ਸਹਾਇਤਾ ਮਿਲਦੀ ਜਾਂ ਫੰਡਿੰਗ ਹੁੰਦੀ ਤਾਂ ਪਤਾ ਨਹੀਂ ਕਿਹੜੀਆਂ ਖੋਜਾਂ ਕਰ ਸਕਦਾ ਸੀ। ਪਰ ਐਡੀਸਨ ਵੱਲੋਂ ਇੱਕ ਸਾਇੰਟਿਸਟ ਹੋਣ ਦੇ ਨਾਤੇ ਜਿਹੜਾ ਫਰਜ਼ ਉਹਦਾ ਬਣਦਾ ਸੀ ਦੂਜੇ ਸਾਇੰਟਿਸਟ ਦੀ ਮਦਦ ਕਰਨਾ ਜਾਂ ਉਹਦੇ ਹੱਕ ਦੇ ਵਿੱਚ ਖੜ੍ਹਨਾ ਜਾਂ ਉਹਦੀਆਂ ਨਵੀਆਂ ਖੋਜਾਂ ਨੂੰ ਦੁਨੀਆ ਤੱਕ ਲੈ ਕੇ ਜਾਣਾ, ਪਰ ਦੂਜੇ ਪਾਸੇ ਉਹਦਾ ਦਿਮਾਗ ਜਿਹੜਾ ਬਿਜ਼ਨਸਮੈਨ ਵਾਲਾ ਸੀ, ਉਹਦੇ ਕਰਕੇ ਉਹਨੇ ਇਹਨੂੰ ਢਾਹ ਹੈ ਜਿਹੜੀ ਨਿਕੋਲਾ ਟੈਸਲਾ ਨੂੰ ਬਹੁਤ ਲਾਈ। ਬੜੇ ਧੋਖਿਆਂ ਦਾ ਸ਼ਿਕਾਰ ਹੋਇਆ, ਬੜੀ ਮਿਹਨਤ ਸੀ ਦੁਨੀਆ ਦੀ ਜਿਹੜੀ ਅਜਾਈਂ ਚਲੇਗੀ। ਸੋ ਆਖਰ ਨੂੰ ਜੀ 86 ਸਾਲ ਦੀ ਉਮਰ ਦੇ ਵਿੱਚ ਇਹ ਜਿਹੜਾ ਸਾਇੰਟਿਸਟ ਹੈ ਦੁਨੀਆ ਛੱਡ ਗਿਆ। ਪਰ ਅੱਜ ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕਰਿਆ ਕਿ ਅੱਜ ਦੀ ਜਿਹੜੀ ਬਹੁਤੀ ਟੈਕਨੋਲੋਜੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਹੱਥ, ਜੇ ਅਸੀਂ ਕਰੰਟ ਦੀ ਗੱਲ ਕਰੀਏ ਤਾਂ ਚਲੋ ਸਿੱਧਾ ਹੀ ਹੱਥ ਟੈਸਲਾ ਦਾ, ਪਰ ਬਹੁਤ ਟੈਕਨੋਲੋਜੀ ਇਹੀ ਜਿਹੀ ਹੈ, ਚਾਹੇ ਰੇਡੀਓ ਟਰਾਂਸਮਿਸ਼ਨ ਦੀ ਗੱਲ ਕਰ ਲਈਏ, ਰੇਡੀਓ ਵੇਵਜ਼ ਦੀ ਗੱਲ ਕਰ ਲਈਏ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਯੋਗਦਾਨ ਆ ਜਿਹੜਾ ਇਨਡਾਇਰੈਕਟਲੀ ਨਿਕੋਲਾ ਟੈਸਲਾ ਹੋਰਾਂ ਦਾ ਰਿਹਾ ਹੋਊਗਾ। ਸੋ ਇਹ ਸੀ ਜੀ ਨਿਕੋਲਾ ਟੈਸਲਾ ਹੋਰਾਂ ਦੀ, ਜਿਵੇਂ ਮੈਂ ਸ਼ੁਰੂ 'ਚ ਵੀ ਦੱਸਿਆ ਵੀ ਇੱਕ ਇਹ ਦੇਖੀਏ ਵੀ ਕੀ ਹੋਇਆ ਵੀ 7 ਜਨਵਰੀ ਆ ਜਿਹੜੀ 2021 ਦੀ ਸੀ, ਜਦੋਂ ਟੈਸਲਾ ਕੰਪਨੀ ਦਾ ਮਾਲਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਬਣਦਾ, ਅਤੇ ਉਹ ਵਿਗਿਆਨੀ ਜਿਹਦੇ ਨਾਂ 'ਤੇ ਉਹ ਕੰਪਨੀ ਹੈ ਨਿਕੋਲਾ ਟੈਸਲਾ, ਉਹ ਉਸੇ ਤਰੀਕ ਨੂੰ 1943 ਦੇ ਵਿੱਚ ਬੜੀ ਗਰੀਬੀ ਦੀ ਹਾਲਤ ਦੇ ਵਿੱਚ ਮਰਿਆ ਸੀ। ਸੋ ਇਹ ਸੀ ਜੀ ਕਹਾਣੀ ਨਿਕੋਲਾ ਟੈਸਲਾ ਦੀ।